ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਮੈਂ ਲੈ ਕੇ ਹਾਜ਼ਰ ਹਾਂ ਤੁਹਾਡਾ ਨਵਾਂ ਲੈਕਚਰ। ਅਸੀਂ ਕਰ ਰਹੇ ਹਾਂ ਫਰਾਂਸ ਦੀ ਕ੍ਰਾਂਤੀ, ਅਤੇ ਅੱਜ ਫਰਾਂਸ ਦੀ ਕ੍ਰਾਂਤੀ ਦੇ ਵਿੱਚ ਅਸੀਂ ਪੜ੍ਹਾਂਗੇ ਨੈਸ਼ਨਲ ਕੌਂਸਟੀਟਿਊਐਂਟ ਅਸੈਂਬਲੀ, ਭਾਵ ਕਿ ਫਰਾਂਸ ਦੀ ਰਾਸ਼ਟਰੀ ਵਿਧਾਨ ਸਭਾ। ਅਤੇ ਰਾਸ਼ਟਰੀ ਵਿਧਾਨ ਸਭਾ ਨੇ ਫਰਾਂਸ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਸੀ ਉਹਨਾਂ ਬਾਰੇ ਅੱਜ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਸਭ ਤੋਂ ਪਹਿਲਾਂ ਫਰਾਂਸ ਦੀ ਰਾਸ਼ਟਰੀ ਵਿਧਾਨ ਸਭਾ ਦੀ ਸਥਾਪਨਾ 9 ਜੁਲਾਈ 1799 ਨੂੰ ਕੀਤੀ ਗਈ ਸੀ। ਆਪਾਂ ਪੜ੍ਹਿਆ ਸੀ ਕਿ ਤੀਸਰੇ ਵਰਗ ਨੇ ਬਾਦਸ਼ਾਹ ਦੇ ਵਿਰੁੱਧ ਜਾਂਦੇ ਹੋਏ, ਲੂਈ 16ਵੇਂ ਦੇ ਵਿਰੁੱਧ ਜਾਂਦੇ ਹੋਏ ਰਾਸ਼ਟਰੀ ਵਿਧਾਨ ਸਭਾ ਦੀ ਸਥਾਪਨਾ ਕਰ ਲਈ ਸੀ। ਬਾਸਤੀਲ ਦਾ ਪਤਨ ਹੋ ਚੁੱਕਿਆ ਸੀ। ਲੂਈ 16ਵੇਂ ਨੇ ਵੀ ਰਾਸ਼ਟਰੀ ਸਭਾ ਨੂੰ ਪ੍ਰਵਾਨਗੀ ਦੇ ਦਿੱਤੀ ਸੀ। ਇਸ ਤਰ੍ਹਾਂ ਦੇ ਨਾਲ ਰਾਸ਼ਟਰੀ ਵਿਧਾਨ ਸਭਾ ਨੇ ਫਰਾਂਸ ਦੇ ਵਿੱਚ ਕ੍ਰਾਂਤੀਕਾਰੀ ਸਰਕਾਰ ਦਾ ਰੂਪ ਧਾਰਨ ਕਰ ਲਿਆ। ਉਸ ਤੋਂ ਬਾਅਦ ਇਸ ਨੇ ਫਰਾਂਸ ਵਿੱਚ ਬਹੁਤ ਸਾਰੇ ਕੰਮ ਕੀਤੇ। ਸ਼ੁਰੂ ਤੋਂ ਹੀ ਰਾਸ਼ਟਰੀ ਸਭਾ ਨੂੰ ਫਰਾਂਸ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਪ੍ਰਸ਼ਾਸਨਿਕ ਮਾਮਲਿਆਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇਸ ਸਭਾ ਦੇ ਵਿੱਚ ਵੱਖ-ਵੱਖ ਵਿਰੋਧੀ ਦਲਾਂ ਵਾਲੇ ਅਤੇ ਵਰਗਾਂ ਦੇ ਵੱਖ-ਵੱਖ ਵਿਚਾਰਾਂ ਦੇ ਲੋਕ ਸੀਗੇ, ਜਿਸ ਕਰਕੇ ਉਹ ਆਪਣੇ ਸਵਾਰਥੀ ਹਿੱਤਾਂ ਦੇ ਕਾਰਨ ਕਈ ਵਾਰੀ ਕਿਸੇ ਸਮੱਸਿਆ ਨੂੰ ਸੁਲਝਾਉਣ ਦੇ ਵਿੱਚ ਰਸਤੇ ਦੇ ਵਿੱਚ ਰੁਕਾਵਟ ਪੈਦਾ ਕਰਦੇ ਸੀ। ਫਿਰ ਵੀ ਆਪਣੇ ਛੋਟੇ ਜਿਹੇ ਸ਼ਾਸਨ ਕਾਲ ਦੇ ਵਿੱਚ ਰਾਸ਼ਟਰੀ ਸਭਾ ਨੇ ਬਹੁਤ ਸਾਰੇ ਕੰਮ ਕੀਤੇ, ਬਹੁਤ ਸਾਰੀਆਂ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ। 1799 ਤੋਂ ਲੈ ਕੇ 1791 ਤੱਕ ਹੁਣ ਆਪਾਂ ਪੜ੍ਹਾਂਗੇ ਰਾਸ਼ਟਰੀ ਵਿਧਾਨ ਸਭਾ ਨੇ ਕਿਹੜੇ ਕਿਹੜੇ ਕੰਮ ਕੀਤੇ, ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਪ੍ਰਾਪਤੀਆਂ ਕੀਤੀਆਂ। ਸਭ ਤੋਂ ਪਹਿਲਾਂ ਕਰਾਂਗੇ ਸਮਾਜਿਕ ਅਤੇ ਧਾਰਮਿਕ ਖੇਤਰ ਦੇ ਵਿੱਚ ਪ੍ਰਾਪਤੀਆਂ। ਪਹਿਲਾ ਹੈ ਸਾਮੰਤ ਪ੍ਰਣਾਲੀ ਅਤੇ ਦਾਸ ਪ੍ਰਥਾ ਦਾ ਅੰਤ। ਆਪਾਂ ਪੜ੍ਹਿਆ ਸੀ ਕਿ ਫਰਾਂਸ ਦੇ ਸਮਾਜ ਵਿੱਚ ਸਾਮੰਤਵਾਦੀ ਪ੍ਰਣਾਲੀ ਜਿਹੜੀ ਸੀ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀਗੀ। ਸਮਾਜਿਕ ਖੇਤਰ ਵਿੱਚ ਰਾਸ਼ਟਰੀ ਵਿਧਾਨ ਸਭਾ ਦੀ ਪਹਿਲੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਇਹੀ ਸੀ ਕਿ ਫਰਾਂਸ ਦੇ ਸਮਾਜ ਵਿੱਚੋਂ ਸਾਮੰਤਵਾਦੀ ਪ੍ਰਣਾਲੀ ਅਤੇ ਦਾਸ ਪ੍ਰਥਾ ਦਾ ਅੰਤ ਕਰ ਦਿੱਤਾ ਗਿਆ। ਬਾਸਤੀਲ ਦੇ ਪਤਨ ਤੋਂ ਬਾਅਦ ਫਰਾਂਸ ਦੇ ਵੱਖ-ਵੱਖ ਭਾਗਾਂ ਵਿੱਚ ਕਿਸਾਨਾਂ ਨੇ ਸਾਮੰਤਾਂ ਦੇ ਵਿਰੁੱਧ ਹਥਿਆਰ ਚੁੱਕ ਲਏ ਸੀ। ਕਿਸਾਨਾਂ ਦੀਆਂ ਇਹਨਾਂ ਹਿੰਸਾਤਮਕ ਕਾਰਵਾਈਆਂ ਦੀ ਰਿਪੋਰਟ 4 ਅਗਸਤ 1799 ਈਸਵੀ ਨੂੰ ਰਾਸ਼ਟਰੀ ਸਭਾ ਦੇ ਸਾਹਮਣੇ ਪੇਸ਼ ਕੀਤੀ ਗਈ ਕਿ ਵੱਖ-ਵੱਖ ਜਗ੍ਹਾ ਉੱਤੇ ਕਿਸਾਨ ਜਿਹੜੇ ਨੇ ਉਹ ਸਾਮੰਤਾਂ ਦੇ ਵਿਰੁੱਧ ਖੜੇ ਹੋ ਰਹੇ ਨੇ ਅਤੇ ਅੰਦੋਲਨ ਕਰ ਰਹੇ ਨੇ। ਇਸ ਰਿਪੋਰਟ ਦੇ ਉੱਤੇ ਕਾਫੀ ਜ਼ਿਆਦਾ ਬਹਿਸ ਹੋਈ ਅਤੇ ਇੱਕ-ਇੱਕ ਕਰਕੇ ਕਈ ਉੱਚ ਵਰਗ ਦੇ ਕੁਲੀਨ ਅਤੇ ਪਾਦਰੀ ਜਿਹੜੇ ਸੀ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਤਿਆਗਣ ਲਈ ਤਿਆਰ ਹੋ ਗਏ। ਇਸ ਤਰ੍ਹਾਂ ਦੇ ਨਾਲ ਉਤਸ਼ਾਹ ਭਰੇ ਮਾਹੌਲ ਤੋਂ ਪ੍ਰੇਰਿਤ ਹੋ ਕੇ ਰਾਸ਼ਟਰੀ ਸਭਾ ਨੇ ਫਰਾਂਸ ਵਿੱਚ ਸਾਮੰਤਵਾਦੀ ਪ੍ਰਥਾ ਅਤੇ ਦਾਸ ਪ੍ਰਥਾ ਦੋਨਾਂ ਦਾ ਹੀ ਅੰਤ ਕਰ ਦਿੱਤਾ। ਇਹਦੇ ਨਾਲ ਹੀ ਫਰਾਂਸ ਵਿੱਚ ਲੰਬੇ ਸਮੇਂ ਤੋਂ ਸਾਮੰਤਾਂ ਨੂੰ, ਉੱਚ ਵਰਗ ਨੂੰ ਜਿਹੜੇ ਵਿਸ਼ੇਸ਼ ਅਧਿਕਾਰ ਮਿਲੇ ਹੋਏ ਸੀ ਉਹ ਵੀ ਖਤਮ ਹੋ ਗਏ ਅਤੇ ਹੁਣ ਹਰ ਇੱਕ ਸਾਮੰਤ ਜਿਹੜਾ ਸੀ ਉਹ ਫਰਾਂਸ ਦਾ ਇੱਕ ਸਧਾਰਨ ਨਾਗਰਿਕ ਅਖਵਾਉਣ ਲੱਗ ਪਿਆ। ਸਾਮੰਤਾਂ ਵੱਲੋਂ ਜਿੰਨੇ ਵੀ ਕਿਸਾਨਾਂ ਦੇ ਉੱਤੇ ਟੈਕਸ ਲਗਾਏ ਹੋਏ ਸੀ ਜਾਂ ਸ਼ਾਹੀ ਕਰ ਲਗਾਏ ਸੀ, ਚਰਚ ਨੇ ਜਿੰਨੇ ਕਰ ਲਗਾਏ ਹੋਏ ਸੀ ਕਿਸਾਨਾਂ ਦੇ ਉੱਤੇ, ਉਹ ਸਾਰੇ ਹੀ ਖਤਮ ਕਰ ਦਿੱਤੇ ਗਏ। ਇਸ ਤਰ੍ਹਾਂ ਦੇ ਨਾਲ ਇਸ ਦੇ ਕਥਨ ਅਨੁਸਾਰ ਰਾਸ਼ਟਰੀ ਸਭਾ ਦਾ ਇਹ ਕੰਮ ਜਿਹੜਾ ਹੈ ਫਰਾਂਸ ਦੀ ਕ੍ਰਾਂਤੀ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਸੀ। ਦੂਸਰਾ ਕੰਮ ਨਾਗਰਿਕ ਅਧਿਕਾਰਾਂ ਦਾ ਐਲਾਨ ਕਰਨਾ। ਸਾਮੰਤਵਾਦ ਦਾ ਖਾਤਮਾ ਹੋ ਗਿਆ, ਦਾਸ ਪ੍ਰਥਾ ਦੀ ਸਮਾਪਤੀ ਹੋ ਗਈ। ਉਸ ਤੋਂ ਬਾਅਦ ਹੁਣ ਇਸ ਨੇ ਨਵੇਂ ਸੰਵਿਧਾਨ ਦੇ ਨਿਰਮਾਣ ਵਾਸਤੇ ਇੱਕ ਕਮੇਟੀ ਦੀ ਸਥਾਪਨਾ ਕਰ ਲਈ। ਇਸ ਕਮੇਟੀ ਦੇ ਵੱਖ-ਵੱਖ ਮੈਂਬਰਾਂ ਨੇ ਕਾਫੀ ਲੰਬੇ ਸਮੇਂ ਤੱਕ ਜਿਹੜੀ ਸੀ ਉਹ ਡਿਸਕਸ਼ਨ ਕੀਤੀ। 27 ਅਗਸਤ 1799 ਈਸਵੀ ਨੂੰ ਇਹਨਾਂ ਨੇ ਮਨੁੱਖੀ ਅਧਿਕਾਰਾਂ ਦੇ ਐਲਾਨ ਕਰਨ ਦਾ ਸੁਝਾਅ ਜਿਹੜਾ ਸੀ ਉਹ ਪ੍ਰਵਾਨ ਕਰ ਲਿਆ। ਇਸ ਐਲਾਨ ਵਿੱਚ ਫਰਾਂਸ ਦੇ ਨਾਗਰਿਕਾਂ ਨੂੰ ਟੋਟਲ ਜਿਹੜੇ ਅਧਿਕਾਰ ਦਿੱਤੇ ਗਏ ਸੀਗੇ 17 ਧਾਰਾਵਾਂ ਦੇ ਵਿੱਚੋਂ ਸ਼ਾਮਿਲ ਸੀਗੇ। ਸਭ ਤੋਂ ਪਹਿਲਾ ਅਧਿਕਾਰ, ਸਾਰੇ ਮਨੁੱਖ ਆਜ਼ਾਦ ਪੈਦਾ ਹੋਏ ਹਨ, ਇਸ ਕਰਕੇ ਉਹਨਾਂ ਦੇ ਅਧਿਕਾਰ ਵੀ ਬਰਾਬਰ ਹਨ। ਦੂਸਰਾ ਹੈ ਹਰ ਇੱਕ ਰਾਜਨੀਤਿਕ ਸੰਗਠਨ ਦਾ ਉਦੇਸ਼ ਹੈ ਜਿਹੜਾ ਉਹ ਇਹੀ ਹੋਵੇਗਾ ਕਿ ਮਨੁੱਖ ਦੇ ਕੁਦਰਤੀ ਅਤੇ ਜਮਾਂਦਰੂ ਹੱਕਾਂ ਦੀ ਰੱਖਿਆ ਕਰਨਾ, ਕਿਸੇ ਉੱਤੇ ਜ਼ੁਲਮ ਨਹੀਂ ਕਰਨਾ, ਅਤਿਆਚਾਰ ਨਹੀਂ ਕਰਨਾ। ਤੀਸਰਾ ਹੈ ਰਾਜ ਦੇ ਨਾਗਰਿਕ ਰਾਜਨੀਤਿਕ ਸ਼ਕਤੀ ਦਾ ਮੁੱਖ ਸਰੋਤ ਹਨ ਅਤੇ ਕੋਈ ਵੀ ਵਿਅਕਤੀ ਜਾਂ ਸੰਗਠਨ ਜਦੋਂ ਕੋਈ ਵੀ ਫੈਸਲਾ ਲਾਗੂ ਜਿਹੜਾ ਹੈ ਉਹ ਜਨਤਾ ਦੀ ਮਰਜ਼ੀ ਤੋਂ ਬਿਨਾਂ, ਦੇਸ਼ ਵਾਸੀਆਂ ਦੀ ਇੱਛਾ ਤੋਂ ਬਿਨਾਂ ਕੋਈ ਵੀ ਆਪਣਾ ਹੁਕਮ ਹੈ ਜਿਹੜਾ ਉਹ ਲਾਗੂ ਨਹੀਂ ਕਰ ਸਕਦਾ। ਹਰ ਇੱਕ ਮਨੁੱਖ ਨੂੰ ਪੂਰਨ ਆਜ਼ਾਦੀ ਰਹਿਣ ਦਾ ਪੂਰਾ ਅਧਿਕਾਰ ਹੈ, ਪਰ ਅਜਿਹੇ ਅਧਿਕਾਰ ਦੀ ਵਰਤੋਂ ਦੂਸਰਿਆਂ ਦੀ ਆਜ਼ਾਦੀ ਨੂੰ ਨੁਕਸਾਨ ਪਹੁੰਚਾਉਣ ਲਈ ਨਾ ਕੀਤੀ ਜਾਵੇ। ਕਾਨੂੰਨ ਦੀ ਨਜ਼ਰ ਵਿੱਚ ਸਾਰੇ ਨਾਗਰਿਕ ਬਰਾਬਰ ਹਨ ਅਤੇ ਕਾਨੂੰਨੀ ਕਾਰਵਾਈ ਤੋਂ ਬਿਨਾਂ ਕਿਸੇ ਵੀ ਮਨੁੱਖ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਕਾਨੂੰਨੀ ਤੌਰ 'ਤੇ ਦੋਸ਼ੀ ਸਿੱਧ ਹੋਣ ਤੋਂ ਬਾਅਦ ਹੀ ਕਿਸੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਅਗਲਾ ਹੈ ਕਿਸੇ ਵੀ ਮਨੁੱਖ ਨੂੰ ਵਿਚਾਰਾਂ ਦੀ ਭਿੰਨਤਾ ਕਰਕੇ, ਚਾਹੇ ਧਾਰਮਿਕ ਵਿਚਾਰ ਹੋਣ ਚਾਹੇ ਕੋਈ ਹੋਰ ਹੋਵੇ, ਧਾਰਮਿਕ ਭਿੰਨਤਾ ਨੂੰ ਆਧਾਰ ਬਣਾ ਕੇ ਕਿਸੇ ਵੀ ਵਿਅਕਤੀ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਸਕਦਾ। ਹਰ ਇੱਕ ਮਨੁੱਖ ਨੂੰ ਲਿਖਣ ਦੀ, ਬੋਲਣ ਦੀ, ਛਾਪਣ ਦੀ ਆਜ਼ਾਦੀ ਦਿੱਤੀ ਗਈ, ਪਰ ਜੇ ਕੋਈ ਇਸ ਆਜ਼ਾਦੀ ਦੀ ਗਲਤ ਵਰਤੋਂ ਕਰੇਗਾ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਜਾਇਦਾਦ ਰੱਖਣ ਦਾ ਅਧਿਕਾਰ ਦੇ ਦਿੱਤਾ ਨਾਗਰਿਕਾਂ ਨੂੰ। ਕਿਸੇ ਵੀ ਨਾਗਰਿਕ ਨੂੰ ਇਸ ਅਧਿਕਾਰ ਤੋਂ ਉਦੋਂ ਤੱਕ ਵਾਂਝਾ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਕਿ ਇਹ ਸਮਾਜ ਦੇ ਵਿਰੁੱਧ ਨਾ ਹੋਵੇ। ਅਜਿਹਾ ਵੀ ਪੂਰਨ ਸੂਚਨਾ ਉਪਰੰਤ ਤੇ ਮੁਆਵਜ਼ੇ ਸਹਿਤ ਹੀ ਕੀਤਾ ਜਾ ਸਕਦਾ ਹੈ। ਕਈ ਵਿਦਵਾਨਾਂ ਦੇ ਅਨੁਸਾਰ ਮਨੁੱਖੀ
ਅਧਿਕਾਰਾਂ ਦਾ ਇਹ ਐਲਾਨ ਹੈ ਜਿਹੜਾ ਇਹ ਮਹਾਨ ਦਸਤਾਵੇਜ਼ ਹੈ ਅਮਰੀਕਾ ਦੇ ਸੰਵਿਧਾਨ ਦੇ ਵਿੱਚ ਦਿੱਤੇ ਗਏ ਮਨੁੱਖੀ ਅਧਿਕਾਰਾਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਸੀ ਅਤੇ ਯੂਰਪ ਲਈ ਇਹ ਆਧੁਨਿਕ ਬਾਈਬਲ ਦੇ ਸਮਾਨ ਜਿਹੜਾ ਸੀ ਇਹ ਸਾਬਿਤ ਹੋਏ। ਤੀਸਰਾ ਹੈ ਚਰਚ ਦਾ ਪੁਨਰਗਠਨ ਕਰਨਾ। ਫਰਾਂਸ ਦੇ ਵਿੱਚ ਸ਼ੁਰੂ ਤੋਂ ਹੀ ਕੈਥੋਲਿਕ ਚਰਚ ਨੂੰ ਫੋਲੋ ਕੀਤਾ ਜਾਂਦਾ ਸੀ। ਇਹ ਫਰਾਂਸ ਦੀ ਸਭ ਤੋਂ ਪੁਰਾਣੀ ਅਤੇ ਸ਼ਕਤੀਸ਼ਾਲੀ ਸੰਸਥਾ ਮੰਨੀ ਜਾਂਦੀ ਸੀਗੀ ਜਿਸ ਦਾ ਲੋਕਾਂ ਦੇ ਜੀਵਨ ਉੱਤੇ ਉਹਨਾਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਕਾਫੀ ਜ਼ਿਆਦਾ ਡੂੰਘਾ ਪ੍ਰਭਾਵ ਸੀ। ਮਨੁੱਖ ਦੇ ਜੀਵਨ ਦੇ ਹਰ ਇੱਕ ਕੰਮ ਨਾਲ ਸੰਬੰਧਿਤ ਸੀ। ਚਰਚ ਦੀ ਸ਼ਕਤੀ ਦੇ ਸਾਹਮਣੇ ਤਾਂ ਰਾਜਿਆਂ ਦੀ ਨਿਰੰਕੁਸ਼ਤਾ ਵੀ ਫਿੱਕੀ ਪ੍ਰਤੀਤ ਹੁੰਦੀ ਸੀ, ਭਾਵ ਕਿ ਰਾਜੇ ਵੀ ਜਿਹੜੇ ਸੀ ਉਹ ਚਰਚ ਦੇ ਸਾਹਮਣੇ ਕੁਝ ਨਹੀਂ ਸੀ ਕਰ ਸਕਦੇ। ਰਾਸ਼ਟਰੀ ਸਭਾ ਨੇ ਚਰਚ ਦੀ ਭੂਮੀ ਦਾ ਰਾਸ਼ਟਰੀਕਰਨ ਕਰਨ ਬਾਰੇ ਸੋਚਿਆ ਅਤੇ ਚਰਚ ਦਾ ਪੁਨਰਗਠਨ ਕਰਨਾ ਜ਼ਰੂਰੀ ਸਮਝਿਆ ਤਾਂ ਕਿ ਇਸ ਚੀਜ਼ ਨੂੰ ਜਿਹੜਾ ਇਹਨੂੰ ਸੌਖਾ ਬਣਾਇਆ ਜਾ ਸਕੇ, ਈਜ਼ੀ ਬਣਾਇਆ ਜਾ ਸਕੇ। ਇਸ ਵਾਸਤੇ ਰਾਸ਼ਟਰੀ ਵਿਧਾਨ ਸਭਾ ਨੇ ਪਾਦਰੀਆਂ ਵਾਸਤੇ ਸਿਵਲ ਸੰਵਿਧਾਨ ਜਿਹੜਾ ਸੀ ਉਹ ਤਿਆਰ ਕਰ ਲਿਆ। ਚਰਚ ਦੇ ਪੁਨਰਗਠਨ ਸੰਬੰਧੀ ਪਾਦਰੀਆਂ ਦਾ ਸਿਵਲ ਸੰਵਿਧਾਨ ਰਾਸ਼ਟਰੀ ਸਭਾ ਦਾ ਇੱਕ ਸਭ ਤੋਂ ਮਹੱਤਵਪੂਰਨ ਕੰਮ ਸਾਬਿਤ ਹੋਇਆ। ਅਗਸਤ 1799 ਵਿੱਚ ਇਹਨਾਂ ਨੇ ਇੱਕ ਧਾਰਮਿਕ ਕਮੇਟੀ ਬਣਾ ਲਈ ਜਿਸ ਨੇ ਬਹੁਤ ਸਾਰੇ ਸੁਝਾਅ ਦਿੱਤੇ ਜਿਸ ਦੀਆਂ ਖਾਸ ਵਿਸ਼ੇਸ਼ਤਾਵਾਂ ਕਿਹੜੀਆਂ ਸੀਗੀਆਂ ਇਸ ਪ੍ਰਕਾਰ ਨੇ। ਪਹਿਲੇ ਨੰਬਰ 'ਤੇ ਹੈ ਬਿਸ਼ਪ ਖੇਤਰ। ਹਰ ਇੱਕ ਪ੍ਰਾਂਤ ਨੂੰ ਇੱਕ ਬਿਸ਼ਪ ਖੇਤਰ ਮੰਨ ਲਿਆ ਗਿਆ ਅਤੇ ਇਹਨਾਂ ਖੇਤਰਾਂ ਦੀ ਗਿਣਤੀ 133 ਤੋਂ ਘਟਾ ਕੇ 83 ਕਰ ਦਿੱਤੀ ਗਈ। ਇਸ ਤਰ੍ਹਾਂ ਪੈਰਿਸ਼ਾਂ ਦੀ ਸੰਖਿਆ ਨੂੰ ਵੀ ਜਿਹੜਾ ਸੀ ਉਹ ਸੀਮਿਤ ਕਰ ਦਿੱਤਾ ਗਿਆ। ਬਿਸ਼ਪ ਹੈ ਜਾਂ ਪੈਰਿਸ਼ ਹੈ ਇਹ ਸਾਰੇ ਜਿਹੜੇ ਹਨ ਇਹ ਚਰਚ ਦੇ ਜਿੰਨੇ ਪਾਦਰੀ ਹੁੰਦੇ ਸੀਗੇ ਉਹਨਾਂ ਦੇ ਅਲੱਗ-ਅਲੱਗ ਅਹੁਦੇ ਹੁੰਦੇ ਸੀਗੇ, ਇਸ ਕਰਕੇ ਉਹਨਾਂ ਦੇ ਅੰਡਰ ਕਿੰਨਾ ਏਰੀਆ ਆਉਂਦਾ ਸੀਗਾ ਇਹ ਸਾਰਾ ਜਿਹੜਾ ਸੀ ਰਾਸ਼ਟਰੀ ਸਭਾ ਨੇ ਡਿਸਾਈਡ ਕੀਤਾ ਸੀ ਦੁਬਾਰਾ ਤੋਂ। ਹੁਣ ਬਿਸ਼ਪਾਂ ਦੀ ਚੋਣ ਕਿਵੇਂ ਕੀਤੀ ਜਾਵੇਗੀ? ਸੰਵਿਧਾਨ ਦੀ ਦੂਜੀ ਖਾਸ ਵਿਸ਼ੇਸ਼ਤਾ ਇਹ ਸੀ ਕਿ ਚਾਹੇ ਉਹ ਪਾਦਰੀ ਹੋਣ, ਪੈਰਿਸ਼ ਹੋਣ, ਉਹਨਾਂ ਦੀ ਇਲੈਕਸ਼ਨ ਦੇ ਦੁਆਰਾ ਨਿਯੁਕਤੀ ਕੀਤੀ ਜਾਏਗੀ। ਉਸ ਤੋਂ ਬਾਅਦ ਚੋਣ ਹੋਣ ਤੋਂ ਪਿੱਛੋਂ ਜਿਹੜੇ ਵੀ ਵਿਅਕਤੀ ਨੂੰ ਚੁਣਿਆ ਜਾਏਗਾ ਉਸ ਨੂੰ ਸਹੁੰ ਲੈਣੀ ਪਏਗੀ ਕਿ ਉਹ ਦੇਸ਼, ਕਾਨੂੰਨ ਅਤੇ ਰਾਜੇ ਪ੍ਰਤੀ ਵਫਾਦਾਰ ਰਹਿਣਗੇ। ਤੀਸਰਾ ਹੈ ਬਿਸ਼ਪ ਅਤੇ ਪਾਦਰੀਆਂ ਦੀਆਂ ਤਨਖਾਹਾਂ। ਚਰਚ ਨੂੰ ਰਾਜ ਦਾ ਇੱਕ ਵਿਭਾਗ ਮੰਨ ਲਿਆ ਗਿਆ, ਇੱਕ ਡਿਪਾਰਟਮੈਂਟ ਮੰਨ ਲਿਆ ਗਿਆ ਅਤੇ ਬਿਸ਼ਪਾਂ ਅਤੇ ਪਾਦਰੀਆਂ ਦੀਆਂ ਤਨਖਾਹਾਂ ਜਿਹੜੀਆਂ ਸੀ ਉਹ ਤੈਅ ਕਰ ਦਿੱਤੀਆਂ ਗਈਆਂ ਤਾਂ ਕਿ ਉਹ ਕਿਸੇ ਵੀ ਤੋਂ ਪੈਸੇ ਨਾ ਐਕਸਟਰਾ ਲੈ ਸਕਣ ਅਤੇ ਇੰਨਾ ਕੁ ਉਹਨਾਂ ਨੂੰ ਆਮਦਨ ਮਿਲਦੀ ਰਹੇ ਕਿ ਉਹਨਾਂ ਦਾ ਗੁਜ਼ਾਰਾ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ ਚੱਲਦਾ ਰਹੇ। ਨੈਕਸਟ ਹੈ ਸਰਕਾਰੀ ਕੰਟਰੋਲ। ਪ੍ਰਾਂਤਾਂ ਦੇ ਅਧਿਕਾਰੀਆਂ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਪਾਦਰੀਆਂ ਅਤੇ ਬਿਸ਼ਪਾਂ ਵੱਲੋਂ ਅਗਰ ਕਿਸੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਨੈਕਸਟ ਹੈ ਪੋਪ ਦੀ ਪ੍ਰਮੁੱਖਤਾ ਦੀ ਅਸਵੀਕਾਰਤਾ। ਪਹਿਲਾਂ ਪੋਪ ਨੂੰ ਬਹੁਤ ਜ਼ਿਆਦਾ ਪ੍ਰਮੁੱਖਤਾ ਦਿੱਤੀ ਜਾਂਦੀ ਸੀ ਫਰਾਂਸ ਦੇ ਵਿੱਚ, ਲੇਕਿਨ ਇਸ ਪ੍ਰਮੁੱਖਤਾ ਨੂੰ ਹੁਣ ਜਿਹੜਾ ਸੀ ਉਹ ਘਟਾਇਆ ਗਿਆ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਕੁਝ ਕ੍ਰਾਂਤੀਕਾਰੀ ਪ੍ਰਤੀਨਿਧੀਆਂ ਦਾ ਵਿਚਾਰ ਸੀ ਕਿ ਚਰਚ ਜਿਹੜੀ ਹੁੰਦੀ ਹੈ ਉਹ ਸਰਕਾਰ ਦੇ ਅਧੀਨ ਹੁੰਦੀ ਹੈ, ਨਾ ਕਿ ਸਰਕਾਰ ਚਰਚ ਦੇ ਅਧੀਨ ਹੋਣੀ ਚਾਹੀਦੀ ਹੈ। ਅਤੇ ਰਾਜੇ ਨੇ ਵੀ ਫਿਰ ਬੜੇ ਦੁਖੀ ਮਨ ਦੇ ਨਾਲ 26 ਦਸੰਬਰ 1790 ਨੂੰ ਇਸ ਸੰਵਿਧਾਨ ਨੂੰ ਪ੍ਰਵਾਨਗੀ ਦੇ ਦਿੱਤੀ, ਭਾਵ ਕਿ ਪਾਦਰੀਆਂ ਸੰਬੰਧੀ ਜਿਹੜਾ ਸੰਵਿਧਾਨ ਬਣਾਇਆ ਗਿਆ ਸੀ ਇਸ ਨੂੰ ਲੂਈ 16ਵੇਂ ਨੇ ਪ੍ਰਵਾਨਗੀ ਦੇ ਦਿੱਤੀ। ਲੇਕਿਨ ਜਿਹੜੇ ਚਰਚ ਦੇ ਹਮਾਇਤੀ ਸੀਗੇ ਉਹਨਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ। ਸਿੱਟੇ ਵਜੋਂ ਬਹੁਤ ਸਾਰੇ ਪਾਦਰੀ ਜਿਹੜੇ ਸੀ ਇਸ ਸੰਵਿਧਾਨ ਦੇ ਵਿਰੋਧੀ ਬਣ ਗਏ। ਉਸ ਤੋਂ ਬਾਅਦ ਹੈ ਨੈਕਸਟ ਧਾਰਮਿਕ ਸਹਿਣਸ਼ੀਲਤਾ। ਰਾਸ਼ਟਰੀ ਸਭਾ ਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਦਾ ਪਾਲਣ ਕੀਤਾ। ਇਸ ਨੇ 27 ਦਸੰਬਰ 1799 ਈਸਵੀ ਨੂੰ ਫਰਾਂਸ ਦੇ ਵਿੱਚ ਜਿਹੜੇ ਪ੍ਰੋਟੈਸਟੈਂਟ ਧਰਮ ਦੇ ਲੋਕ ਰਹਿਣ ਵਾਲੇ ਸੀ ਉਹਨਾਂ ਨੂੰ ਵੀ ਨਾਗਰਿਕ ਅਧਿਕਾਰ ਦੇ ਦਿੱਤੇ। ਇਸ ਤੋਂ 1 ਮਹੀਨੇ ਬਾਅਦ ਦੱਖਣੀ ਫਰਾਂਸ ਦੇ ਯਹੂਦੀਆਂ ਨੂੰ ਵੀ 27 ਦਸੰਬਰ 1791 ਈਸਵੀ ਨੂੰ ਪੂਰਬੀ ਫਰਾਂਸ ਦੇ ਯਹੂਦੀਆਂ ਨੂੰ ਵੀ ਇਸ ਤਰ੍ਹਾਂ ਦੇ ਅਧਿਕਾਰ ਜਿਹੜੇ ਸੀ ਉਹ ਪ੍ਰਦਾਨ ਕਰ ਦਿੱਤੇ ਗਏ। ਇਹ ਸੀਗੀਆਂ ਸਮਾਜਿਕ ਤੇ ਧਾਰਮਿਕ ਖੇਤਰ ਦੇ ਵਿੱਚ ਪ੍ਰਾਪਤੀਆਂ ਰਾਸ਼ਟਰੀ ਵਿਧਾਨ ਸਭਾ ਦੀਆਂ। ਹੁਣ ਆਪਾਂ ਕਰਾਂਗੇ ਆਰਥਿਕ ਖੇਤਰ ਦੇ ਵਿੱਚ ਕਿਹੜੇ-ਕਿਹੜੇ ਸੁਧਾਰ ਕੀਤੇ ਰਾਸ਼ਟਰੀ ਵਿਧਾਨ ਸਭਾ ਨੇ। ਸਟੇਟਸ ਜਨਰਲ ਦੀ ਮੀਟਿੰਗ ਮੁੱਖ ਤੌਰ 'ਤੇ ਫਰਾਂਸ ਦਾ ਆਰਥਿਕ ਸੰਕਟ ਸੁਲਝਾਉਣ ਵਾਸਤੇ ਬੁਲਾਈ ਗਈ ਸੀਗੀ, ਪਰੰਤੂ ਇਸ ਦਾ ਅਜੇ ਤੱਕ ਕੋਈ ਵੀ ਹੱਲ ਜਿਹੜਾ ਸੀ ਉਹ ਫਰਾਂਸ ਨੂੰ ਆਰਥਿਕ ਸੰਕਟ ਵਿੱਚੋਂ ਕੱਢਣ ਲਈ ਲੱਭਿਆ ਨਹੀਂ ਜਾ ਸਕਿਆ ਸੀ। ਰਾਸ਼ਟਰੀ ਸਭਾ ਨੇ ਵੀ ਫਰਾਂਸ ਦੀ ਆਰਥਿਕ ਅਵਸਥਾ ਨੂੰ ਸੁਧਾਰਨ ਵਾਸਤੇ ਕਾਫੀ ਸਾਰੇ ਕੰਮ ਕੀਤੇ, ਉਹਨਾਂ ਬਾਰੇ ਆਪਾਂ ਪੜ੍ਹਾਂਗੇ। ਪਹਿਲਾ ਹੈ ਅਨੁਚਿਤ ਕਰਾਂ ਦਾ ਅੰਤ। ਅਸੀਂ ਪੜ੍ਹਿਆ ਸੀ ਕਿ ਫਰਾਂਸ ਦੀ ਸਰਕਾਰ ਵੱਲੋਂ, ਫਰਾਂਸ ਦੇ ਸਮਰਾਟ ਵੱਲੋਂ ਫਰਾਂਸ ਵਿੱਚ ਬਹੁਤ ਸਾਰੇ ਟੈਕਸ ਜਿਹੜੇ ਸੀ ਉਹ ਲਗਾਏ ਗਏ ਸੀ ਜਿਹੜੇ ਕਿ ਰਾਸ਼ਟਰੀ ਸਭਾ ਨੇ ਖਤਮ ਕਰ ਦਿੱਤੇ ਅਤੇ 3 ਸਿੱਧੇ ਨਵੇਂ ਟੈਕਸ, ਸਿੱਧੇ ਮੀਨਸ ਕਿ ਡਾਇਰੈਕਟ ਟੈਕਸ ਲਗਾਏ ਸੀਗੇ। ਭੂਮੀ ਕਰ, ਜਾਇਦਾਦ ਉੱਤੇ ਟੈਕਸ, ਪ੍ਰਾਪਰਟੀ 'ਤੇ ਟੈਕਸ ਅਤੇ ਵਪਾਰ ਤੇ ਉਦਯੋਗ ਉੱਤੇ ਟੈਕਸ ਦੀ ਵਿਵਸਥਾ ਕੀਤੀ। ਪਰੰਤੂ ਅਜੇ ਫਰਾਂਸ ਦੇ ਲੋਕ ਇਹਨਾਂ ਟੈਕਸਾਂ ਦਾ ਭੁਗਤਾਨ ਨਹੀਂ ਕਰ ਰਹੇ ਸੀ। ਜਿੰਨੀ ਦੇਰ ਤੱਕ ਫਰਾਂਸ ਵਿੱਚ ਰਾਸ਼ਟਰੀ ਵਿਧਾਨ ਸਭਾ ਦੀ ਸਰਕਾਰ ਰਹੀ, ਲੋਕਾਂ ਵੱਲੋਂ ਅਜੇ ਇਹਨਾਂ ਟੈਕਸਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ ਸੀ ਕਿਉਂਕਿ ਅਧਿਕਾਰੀ ਜਿਹੜੇ ਸੀ ਇਹਨਾਂ ਟੈਕਸਾਂ ਨੂੰ ਇਕੱਠਾ ਕਰਨ ਵਿੱਚ ਹਜੇ ਅਸਮਰੱਥ ਸੀਗੇ। ਉਸ ਤੋਂ ਬਾਅਦ ਨੈਕਰ ਵੱਲੋਂ ਹੋਰ ਕਰਜ਼ਾ ਲੈਣ ਤੇ ਆਮਦਨੀ ਕਰ ਲਗਾਉਣ ਦੇ ਯਤਨ ਜਿਹੜੇ ਸੀ ਉਹ ਫੇਲ ਹੋ ਗਏ। ਅੰਤ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਸਰਕਾਰ ਹੈ ਜਿਹੜੀ ਉਹ ਆਪਣੇ ਪੈਸੇ ਦੀ ਕਮੀ ਨੂੰ ਕਿਵੇਂ ਪੂਰਾ ਕਰੇ। ਇਸ ਵਾਸਤੇ ਇਹਨਾਂ ਨੇ ਸੋਚਿਆ
ਕਿ ਕਿਉਂ ਨਾ ਕਾਗਜ਼ ਦੇ ਨੋਟ ਜਾਰੀ ਕੀਤੇ ਜਾਣ, ਤਾਂ ਇਸ ਸਮੱਸਿਆ ਦਾ ਸ਼ਾਇਦ ਹੱਲ ਹੋ ਸਕਦਾ ਹੈ। ਪਰੰਤੂ ਇਸ ਸੰਬੰਧ ਦੇ ਵਿੱਚ ਇਹ ਸਵਾਲ ਪੈਦਾ ਹੋਇਆ ਕਿ ਜੇ ਸਰਕਾਰੀ ਨੋਟ ਆਪਾਂ ਛਾਪਣੇ ਆ, ਸਰਕਾਰੀ ਨੋਟ ਬਣਾਉਣੇ ਆ, ਤਾਂ ਉਹਦੇ ਵਾਸਤੇ ਵੀ ਕੋਈ ਨਾ ਕੋਈ ਗਰੰਟੀ ਤਾਂ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਤਾਂ ਨਹੀਂ ਹੈਗਾ ਕਿ ਆਪਣੇ ਕੋਲ ਕਾਗਜ਼ ਹੈ ਤੇ ਆਪਾਂ ਕਰੰਸੀ ਨੂੰ ਛਾਪ ਦਈਏ ਤੇ ਉਸ ਨੂੰ ਧੜਾ ਧੜ ਯੂਜ਼ ਕਰਨਾ ਸ਼ੁਰੂ ਕਰ ਦਈਏ। ਜਦੋਂ ਵੀ ਕਿਸੇ ਕੰਟਰੀ ਨੇ ਨੋਟ ਛਾਪਣੇ ਹੁੰਦੇ ਆ ਤਾਂ ਉਹਦੇ ਲਈ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹ ਬਰਾਬਰ ਦੇ ਮੁੱਲ ਦੀ ਸਾਨੂੰ ਜਿਹੜੀ ਹੈ ਉਹਦੇ ਬਰਾਬਰ ਦੀ ਰੱਖਣੀ ਪੈਂਦੀ ਹੈ, ਜਿਸ ਦੇ ਸਿੱਟੇ ਵਜੋਂ ਕੁਝ ਲੋਕਾਂ ਦੀ ਨਜ਼ਰ ਜਿਹੜੀ ਸੀ ਚਰਚ ਦੀ ਧਨ ਦੌਲਤ ਦੇ ਉੱਤੇ ਪਈ ਕਿ ਫਰਾਂਸ ਵਿੱਚ ਚਰਚ ਦੀ ਇੰਨੀ ਸਾਰੀ ਧਨ ਦੌਲਤ ਆ, ਉਹ ਕਿਸ ਕੰਮ ਆਵੇਗੀ, ਉਸ ਨੂੰ ਆਪਾਂ ਇਸ ਕੰਮ ਲਈ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਇਹ ਚਰਚ ਦੀ ਸੰਪत्ति ਦਾ ਰਾਸ਼ਟਰੀਕਰਨ। 10 ਅਕਤੂਬਰ 1790 ਨੂੰ ਇੱਕ ਬਿਸ਼ਪ ਤੈਲੀਰਾ ਨੇ ਸੁਝਾਅ ਦਿੱਤਾ ਕਿ ਚਰਚ ਦੀ ਜਾਇਦਾਦ ਹੈ ਜਿਹੜੀ ਸਾਨੂੰ ਉਹ ਆਪਣੇ ਦੇਸ਼ ਵਾਸਤੇ ਉਹਦੀ ਵਰਤੋਂ ਕਰਨੀ ਚਾਹੀਦੀ ਹੈ। ਅੰਤ ਵਿੱਚ ਕਾਫੀ ਲੰਬੇ ਟਾਈਮ ਤੱਕ ਜਿਹੜਾ ਸੀ ਉਹ ਇਸ ਬਾਰੇ ਡਿਸਕਸ਼ਨ ਹੋਈ, ਕਾਫੀ ਵਾਦ ਵਿਵਾਦ ਹੋਇਆ। ਫਿਰ 2 ਨਵੰਬਰ 1799 ਈਸਵੀ ਨੂੰ ਚਰਚ ਦੀ ਸਾਰੀ ਜਾਇਦਾਦ ਜਿਹੜੀ ਸੀ ਉਹ ਲੋਕ ਹਿੱਤ ਵਾਸਤੇ ਸਰਕਾਰ ਨੂੰ ਜਿਹੜੀ ਸੀ ਉਹ ਸੌਂਪ ਦਿੱਤੀ ਗਈ, ਜਿਸ ਦਾ ਮੁੱਲ 3 ਅਰਬ ਲੀਵਰ ਦੇ ਲਗਭਗ ਸੀ। ਲੀਵਰ ਹੈ ਜਿਹੜੀ ਫਰਾਂਸ ਦੀ ਕਰੰਸੀ। ਉਸ ਤੋਂ ਬਾਅਦ ਹੈ ਕਾਗਜ਼ੀ ਨੋਟ ਬਣਾਉਣੇ। 14 ਦਸੰਬਰ 1799 ਈਸਵੀ ਨੂੰ 40 ਕਰੋੜ ਲੀਵਰ ਦੀ ਚਰਚ ਭੂਮੀ ਦੇ ਬਰਾਬਰ ਦੀ ਕੀਮਤ ਦੇ ਵੱਡੇ ਕਾਗਜ਼ੀ ਨੋਟ ਜਾਰੀ ਕਰਨ ਦੇ ਨਾਲ ਕੌਮੀ ਕਰਜ਼ੇ ਨੂੰ ਚੁਕਾਉਣ ਵਿੱਚ ਕਾਫੀ ਸਫਲਤਾ ਪ੍ਰਾਪਤ ਹੋਈ। ਭਾਵ ਕਿ 40 ਕਰੋੜ ਲੀਵਰ ਦੀ ਕਰੰਸੀ ਜਿਹੜੀ ਸੀ ਉਹ ਛਾਪੀ ਗਈ ਤੇ 40 ਕਰੋੜ ਲੀਵਰ ਦੀ ਪ੍ਰੋਪਰਟੀ ਜਿਹੜੀ ਸੀ ਉਹ ਚਰਚ ਦੀ ਉਹ ਸਰਕਾਰ ਨੇ ਆਪਣੇ ਕੋਲ ਰੱਖ ਲਈ ਤੇ ਉਹਦੇ ਬਦਲੇ ਵਿੱਚ ਇਹ ਨੋਟ ਜਿਹੜੇ ਸੀ ਉਹ ਜਾਰੀ ਕੀਤੇ ਸੀਗੇ ਅਤੇ ਸਰਕਾਰ ਹੋਰ ਜ਼ਿਆਦਾ ਹੱਲੇ ਨੋਟ ਛਾਪਣ ਦੀ ਯੋਜਨਾ ਬਣਾ ਰਹੀ ਸੀਗੀ। ਦਸੰਬਰ 1790 ਵਿੱਚ ਦੇਸ਼ ਦੇ ਕਰਜ਼ੇ ਨੂੰ ਚੁਕਾਉਣ ਦੇ ਇਰਾਦੇ ਨਾਲ ਕਾਗਜ਼ੀ ਨੋਟਾਂ ਦੀ ਸੀਮਾ ਵਧਾ ਕੇ 120 ਕਰੋੜ ਫਿਰ 180 ਕਰੋੜ ਜਿਹੜੀ ਸੀ ਉਹ ਤੈਅ ਕੀਤੀ ਗਈ। ਪਰੰਤੂ ਨੋਟਾਂ ਦੀ ਜ਼ਿਆਦਾ ਮਾਤਰਾ ਹੋ ਗਈ। ਫਿਰ ਫਰਾਂਸ ਦੇ ਵਿੱਚ ਧਾਤੂ ਵਾਲੇ ਸਿੱਕਿਆਂ ਦੀ, ਮੈਟਲ ਵਾਲੇ ਕੋਇਨਜ਼ ਦੀ ਕਮੀ ਹੋ ਗਈ। ਅਪਰਾਧੀ ਜਿਹੜੇ ਸੀ ਜਾਂ ਪ੍ਰਵਾਸੀ ਲੋਕ ਜਿਹੜੇ ਸੀ ਉਹਨਾਂ ਨੇ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਮਸ਼ੀਨਾਂ ਲਗਾ ਲਈਆਂ ਤੇ ਨਕਲੀ ਨੋਟ ਜਿਹੜੇ ਸੀ ਉਹ ਫਰਾਂਸ ਦੇ ਛਾਪਣੇ ਸ਼ੁਰੂ ਕਰ ਦਿੱਤੇ। ਫਲਸਰੂਪ ਇਹ ਹੋਇਆ ਕਿ ਇਹਨਾਂ ਨੋਟਾਂ ਦੀ ਕੀਮਤ ਹੈ ਜਿਹੜੀ ਉਹ ਘਟਣੀ ਸ਼ੁਰੂ ਹੋ ਗਈ ਅਤੇ ਲੋਕਾਂ ਨੇ ਵੀ ਹੌਲੀ ਹੌਲੀ ਇਹਨਾਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ। 1791 ਵਿੱਚ ਇਹਨਾਂ ਨੋਟਾਂ ਦੀ ਕੀਮਤ 20% ਘਟ ਗਈ। 1792 ਈਸਵੀ ਤੱਕ ਇਸ ਵਿੱਚ 40% ਦੀ ਗਿਰਾਵਟ ਆ ਗਈ। ਇਸ ਤਰ੍ਹਾਂ ਦੇ ਨਾਲ ਜਿਹੜਾ ਸੀ ਉਹ 100 ਫਰੈਂਕ ਦੀ ਕੀਮਤ ਘਟ ਕੇ 1 ਫਰੈਂਕ ਤੱਕ ਰਹਿ ਗਈ। ਤਾਂ ਇਸ ਤਰ੍ਹਾਂ ਦੇ ਨਾਲ ਨੋਟ ਜਾਰੀ ਕਰਨ ਦਾ ਇਹ ਤਜਰਬਾ ਜਿਹੜਾ ਸੀ ਇਹ ਫੇਲ ਹੋ ਗਿਆ। ਉਸ ਤੋਂ ਬਾਅਦ ਇਹ ਵਪਾਰਕ ਤੇ ਉਦਯੋਗਿਕ ਉન્નਤੀ ਲਈ ਯਤਨ ਕਰਨੇ। ਰਾਸ਼ਟਰੀ ਸਭਾ ਵੱਲੋਂ ਵਪਾਰਕ ਅਤੇ ਉਦਯੋਗਿਕ ਖੇਤਰ ਵਿੱਚ ਵੀ ਬਹੁਤ ਸਾਰੇ ਕੰਮ ਕੀਤੇ ਗਏ, ਕਿਉਂਕਿ ਆਪਾਂ ਪੜ੍ਹਿਆ ਸੀ ਕਿ ਫਰਾਂਸ ਦੇ ਵਿੱਚ ਬਹੁਤ ਤਰ੍ਹਾਂ ਦੇ ਚੁੰਗੀ ਟੈਕਸ ਲੱਗੇ ਹੋਏ ਸੀਗੇ। ਇੱਕ ਸਟੇਟ ਤੋਂ ਦੂਸਰੀ ਸਟੇਟ ਵਿੱਚ ਜਾਣ ਲਈ ਜਾਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਵਿੱਚ ਜਾਣ ਲਈ ਬਹੁਤ ਸਾਰੇ ਟੈਕਸ ਜਿਹੜੇ ਸੀ ਉਹ ਵਪਾਰੀਆਂ ਨੂੰ ਦੇਣੇ ਪੈਂਦੇ ਸੀਗੇ। ਵਪਾਰਕ ਸੁਰੱਖਿਆ ਤੇ ਆਮਦਨੀ ਵਿੱਚ ਵਾਧਾ ਕਰਨ ਵਾਸਤੇ 31 ਅਕਤੂਬਰ 1790 ਨੂੰ ਸਭਾ ਵੱਲੋਂ ਇੱਕਸਾਰ ਟੈਕਸ ਸੂਚੀ ਜਿਹੜੀ ਸੀ ਉਹ ਲਾਗੂ ਕੀਤੀ ਗਈ ਸੀ। ਭਾਵ ਕਿ ਪੂਰੇ ਫਰਾਂਸ ਦੇ ਵਿੱਚ ਇੱਕੋ ਤਰ੍ਹਾਂ ਦੇ ਟੈਕਸ ਜਿਹੜੇ ਉਹ ਲਗਾਏ ਜਾਣਗੇ। ਇਸ ਤੋਂ ਇਲਾਵਾ ਹੋਰ ਕੋਈ ਟੈਕਸ ਹੈ ਜਿਹੜਾ ਨਹੀਂ ਲਿਆ ਜਾਏਗਾ। ਇਸ ਦੇ ਅਕੋਰਡਿੰਗ ਫਰਾਂਸ ਦੇ ਵਿੱਚ ਜਿੰਨੇ ਵੀ ਅੰਦਰੂਨੀ ਚੁੰਗੀ ਟੈਕਸ ਲੱਗੇ ਹੋਏ ਸੀ ਉਹ ਸਾਰੇ ਹੀ ਖਤਮ ਕਰ ਦਿੱਤੇ ਗਏ, ਜਿਸ ਨਾਲ ਵਪਾਰਕ ਉન્નਤੀ ਜਿਹੜੀ ਹੈ ਉਹ ਸੰਭਵ। ਇਸ ਤੋਂ ਅੱਗੇ ਹੈ ਗਿਲਡ ਵਿਵਸਥਾ ਦਾ ਅੰਤ ਕਰਨਾ। ਮਾਰਚ 1791 ਵਿੱਚ ਰਾਸ਼ਟਰੀ ਸਭਾ ਨੇ ਗਿਲਡ ਵਿਵਸਥਾ ਨੂੰ ਸੰਘ ਵਿਵਸਥਾ ਨੂੰ ਖਤਮ ਕਰ ਦਿੱਤਾ। ਅਸੀਂ ਪੜ੍ਹਿਆ ਸੀ ਕਿ ਵੱਖ-ਵੱਖ ਸ਼ਿਲਪਕਾਰਾਂ ਨੇ, ਕਾਰੀਗਰਾਂ ਨੇ ਆਪਣੀਆਂ ਗਿਲਡ ਬਣਾਈਆਂ ਹੁੰਦੀਆਂ ਹੋਈਆਂ ਸੀਗੀਆਂ ਔਰ ਉਹਨਾਂ ਦੀਆਂ ਆਪਣੀਆਂ ਕਾਰਪੋਰੇਸ਼ਨਸ ਹੁੰਦੀਆਂ ਸੀ। ਇਸ ਤਰ੍ਹਾਂ ਦੀਆਂ ਪ੍ਰਾਈਵੇਟ ਕਾਰਪੋਰੇਸ਼ਨ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ। ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਆਜ਼ਾਦੀ ਦੇ ਦਿੱਤੀ ਗਈ ਕਿ ਉਹ ਸਰਕਾਰ ਕੋਲੋਂ ਲਾਇਸੈਂਸ ਲੈ ਕੇ ਆਪਣੇ ਕੋਈ ਵੀ ਇੰਡਸਟਰੀ ਜਿਹੜੀ ਉਹ ਸ਼ੁਰੂ ਕਰ ਸਕਦੀ ਆ। ਗਿਲਡ ਵਿਵਸਥਾ ਦੀ ਸਮਾਪਤੀ ਦੇ ਨਾਲ ਉਦਯੋਗਿਕ ਵਿਕਾਸ ਸੰਭਵ ਹੋਇਆ, ਪਰੰਤੂ ਮਜ਼ਦੂਰਾਂ ਨੂੰ ਹੱਲੇ ਯੂਨੀਅਨ ਬਣਾਉਣ ਤੇ ਹੜਤਾਲਾਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਅਤੇ ਇਹ ਅਜਿਹਾ ਇਸ ਕਰਕੇ ਕੀਤਾ ਗਿਆ ਸੀ ਮੱਧ ਸ਼੍ਰੇਣੀ ਦੇ ਉਦਯੋਗਪਤੀਆਂ ਦੇ ਹਿੱਤਾਂ ਦੀ ਰਾਖੀ ਵਜੋਂ ਕੀਤਾ ਗਿਆ ਸੀ। ਇਹ ਸੀਗੀਆਂ ਰਾਸ਼ਟਰੀ ਵਿਧਾਨ ਸਭਾ ਨੇ ਆਰਥਿਕ ਖੇਤਰ ਵਿੱਚ ਜਿਹੜੇ ਕੰਮ ਕੀਤੇ। ਹੁਣ ਅਸੀਂ ਅੱਗੇ ਕਰਾਂਗੇ ਪ੍ਰਸ਼ਾਸਨਿਕ ਖੇਤਰ ਦੇ ਵਿੱਚ ਪ੍ਰਾਪਤੀਆਂ। ਪਹਿਲੇ ਨੰਬਰ 'ਤੇ ਹੈ ਸਥਾਨਿਕ ਸ਼ਾਸਨ ਦਾ ਪੁਨਰਗਠਨ ਕਰਨਾ। ਪ੍ਰਸ਼ਾਸਨਿਕ ਖੇਤਰ ਵਿੱਚ ਰਾਸ਼ਟਰੀ ਸਭਾ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ ਸੀਗੀ ਸਥਾਨਕ ਸ਼ਾਸਨ ਦਾ ਪੁਨਰਗਠਨ ਕਰਨਾ। ਸਥਾਨਕ ਸ਼ਾਸਨ ਭਾਵ ਕਿ ਲੋਕਲ ਲੈਵਲ ਦਾ ਸ਼ਾਸਨ ਹੁੰਦਾ, ਜਿਹੜਾ ਰਾਸ਼ਟਰੀ ਸਭਾ ਨੇ ਕਾਫੀ ਜ਼ਿਆਦਾ ਸੋਚ ਵਿਚਾਰ ਕਰਨ ਤੋਂ ਬਾਅਦ ਸਾਰੇ ਦੇਸ਼ ਵਾਸਤੇ ਇੱਕ ਨਵੇਂ ਤਰ੍ਹਾਂ ਦੇ ਸਥਾਨਕ ਪ੍ਰਬੰਧ ਦੀ ਵਿਵਸਥਾ ਕੀਤੀ। ਇਹ ਵਿਵਸਥਾ ਜਿਹੜੀ ਸੀ ਰਾਸ਼ਟਰੀ ਸਭਾ ਵੱਲੋਂ 26 ਫਰਵਰੀ 1790 ਨੂੰ ਲਾਗੂ ਕੀਤੀ ਗਈ। ਇਸ ਦੇ ਅਨੁਸਾਰ ਫਰਾਂਸ ਨੂੰ 83 ਪ੍ਰਾਂਤਾਂ ਦੇ ਵਿੱਚ ਵੰਡਿਆ ਗਿਆ ਸੀ। ਹਰ ਇੱਕ ਪ੍ਰਾਂਤ ਅੱਗੋਂ ਜ਼ਿਲ੍ਹਿਆਂ ਦੇ ਵਿੱਚ, ਹਰ ਇੱਕ ਜ਼ਿਲ੍ਹੇ ਨੂੰ ਅੱਗੋਂ ਕੈਂਟਨਾਂ ਦੇ ਵਿੱਚ ਵੰਡਿਆ ਗਿਆ। ਹਰ ਇੱਕ ਕੈਂਟਨ ਅੱਗੋਂ ਕਮਿਊਨ ਦੇ ਵਿੱਚ ਜਾਂ ਮਿਊਨਸਿਪੈਲਿਟੀਜ਼ ਦੇ ਵਿੱਚ ਵੰਡ ਦਿੱਤਾ ਗਿਆ।
ਰਾਜ ਪ੍ਰਬੰਧ ਦੀ ਕੁਸ਼ਲਤਾ ਵਾਸਤੇ ਹਰ ਇੱਕ ਪ੍ਰਾਂਤ ਨੂੰ ਛੋਟਾ ਕਰ ਦਿੱਤਾ ਗਿਆ ਸੀ ਤਾਂ ਕਿ ਸ਼ਾਸਨ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ। ਪ੍ਰਾਂਤਾਂ ਦਾ ਪ੍ਰਬੰਧ ਚਲਾਉਣ ਲਈ ਸਰਗਰਮ ਨਾਗਰਿਕਾਂ ਦੁਆਰਾ ਚੁਣੀਆਂ ਅਸੈਂਬਲੀਆਂ ਹੁੰਦੀਆਂ ਸੀਗੀਆਂ ਜੋ ਪ੍ਰਤੱਖ ਰੂਪ ਵਿੱਚ ਟੈਕਸ ਲਗਾਉਂਦੀਆਂ ਸੀ ਤੇ ਵਸੂਲ ਕਰਦੀਆਂ ਸੀ। ਇਸ ਤਰ੍ਹਾਂ ਨਾਲ ਲੋਕਲ ਲੈਵਲ ਦਾ ਐਡਮਿਨਿਸਟ੍ਰੇਸ਼ਨ ਚਲਾਉਣ ਲਈ ਉੱਪਰ ਤੋਂ ਲੈ ਕੇ ਨੀਚੇ ਤੱਕ ਬਹੁਤ ਸਾਰੇ ਅਧਿਕਾਰੀ ਜਿਹੜੇ ਸੀ ਉਹ ਲਗਾ ਦਿੱਤੇ ਗਏ ਸੀਗੇ, ਪਰੰਤੂ ਉਹਨਾਂ ਨੂੰ ਆਪਣੇ ਅਧਿਕਾਰਾਂ ਬਾਰੇ, ਆਪਣੀਆਂ ਡਿਊਟੀਆਂ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਜਿਹੜਾ ਸੀ ਉਹ ਨਹੀਂ ਕੀਤਾ ਗਿਆ ਸੀ। ਉਸ ਤੋਂ ਬਾਅਦ ਹੈ ਸੈਕਿੰਡ, ਨਿਆਂ ਸੰਬੰਧੀ ਸੁਧਾਰ ਕਰਨੇ। ਰਾਸ਼ਟਰੀ ਸਭਾ ਨੇ ਦੇਸ਼ ਦੀ ਨਿਆਂ ਵਿਵਸਥਾ ਨੂੰ ਲੋਕਾਂ ਦੀ ਇੱਛਾ ਅਤੇ ਸ਼ਕਤੀਆਂ ਦੀ ਵੰਡ ਦੇ ਸਿਧਾਂਤ ਅਨੁਸਾਰ ਨਵਾਂ ਰੂਪ ਦੇ ਦਿੱਤਾ। ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਅਦਾਲਤਾਂ ਦੀ ਸਥਾਪਨਾ ਕੀਤੀ ਗਈ ਜਿਨ੍ਹਾਂ ਵਿੱਚ ਚੁਣੇ ਹੋਏ ਜੱਜਾਂ ਦੀ ਵਿਵਸਥਾ ਕੀਤੀ ਗਈ। ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਕਰਨ ਵਾਸਤੇ ਜਿਊਰੀ ਪ੍ਰਥਾ ਸ਼ੁਰੂ ਕੀਤੀ ਗਈ ਸੀ। ਪੈਰਿਸ ਵਿੱਚ ਇੱਕ ਵੱਡੀ ਅਦਾਲਤ ਦੀ ਸਥਾਪਨਾ ਕੀਤੀ ਗਈ ਜਿਹਦੇ ਵਿੱਚ ਮੁੱਖ ਰੂਪ ਵਿੱਚ ਅਪੀਲ ਸੰਬੰਧੀ ਜਿਹੜੇ ਮੁਕੱਦਮੇ ਸੀ ਉਹਨਾਂ ਦਾ ਫੈਸਲਾ ਕੀਤਾ ਜਾਂਦਾ ਸੀ। ਸਾਰੇ ਦੇਸ਼ ਵਿੱਚ ਇੱਕੋ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਗਏ ਅਤੇ ਸਜ਼ਾਵਾਂ ਵੀ ਘੱਟ ਕਰ ਦਿੱਤੀਆਂ। ਅਦਾਲਤਾਂ ਰਾਸ਼ਟਰੀ ਸਭਾ ਅਤੇ ਰਾਜੇ ਦੇ ਪ੍ਰਭਾਵ ਤੋਂ ਪੂਰਨ ਤੌਰ 'ਤੇ ਮੁਕਤ ਕਰ ਦਿੱਤੀਆਂ ਗਈਆਂ ਸੀ, ਭਾਵ ਕਿ ਨਿਆਂਪਾਲਿਕਾ ਨੂੰ ਬਿਲਕੁਲ ਸੁਤੰਤਰ ਕਰ ਦਿੱਤਾ। ਨਾ ਤਾਂ ਉਹ ਰਾਜੇ ਦੇ ਪ੍ਰਭਾਵ ਵਿੱਚ ਰਹੂਗੀ ਤੇ ਨਾ ਹੀ ਰਾਸ਼ਟਰੀ ਸਭਾ ਦੇ ਅੰਡਰ ਰਹੂਗੀ। ਉਸ ਤੋਂ ਬਾਅਦ ਹੈ ਨੈਕਸਟ, ਪ੍ਰਸ਼ਾਸਨ ਵਿੱਚ ਯੋਗਤਾ ਦੇ ਆਧਾਰ 'ਤੇ ਪਦਵੀਆਂ। 1799 ਤੋਂ ਪਹਿਲਾਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿੰਨੇ ਵੀ ਉੱਚੇ ਸਰਕਾਰੀ ਅਹੁਦੇ ਹੁੰਦੇ ਸੀਗੇ ਉਹਨਾਂ ਅਹੁਦਿਆਂ ਦੀ ਨਿਲਾਮੀ ਕੀਤੀ ਜਾਂਦੀ ਸੀ। ਸੈਨਿਕ ਪ੍ਰਬੰਧ ਦੇ ਵਿੱਚ ਵੀ ਜਿਹੜੇ ਕੁਲੀਨ ਲੋਕ ਹੁੰਦੇ ਸੀ ਉਹਨਾਂ ਨੂੰ ਉੱਚੀਆਂ ਅਸਾਮੀਆਂ ਜਿਹੜੀਆਂ ਸੀ ਉਹ ਪ੍ਰਾਪਤ ਹੋ ਜਾਂਦੀਆਂ ਸੀਗੀਆਂ, ਲੇਕਿਨ ਰਾਸ਼ਟਰੀ ਸਭਾ ਨੇ ਇਹਨਾਂ ਸਾਰੇ ਦੋਸ਼ਪੂਰਨ ਕੰਮਾਂ ਨੂੰ ਬੰਦ ਕਰ ਦਿੱਤਾ ਤੇ ਸ਼ਾਸਨ ਵਿੱਚ ਸਾਰੀਆਂ ਪਦਵੀਆਂ ਜਿਹੜੀਆਂ ਹਨ ਉਹ ਯੋਗਤਾ ਦੇ ਆਧਾਰ ਉੱਤੇ ਦੇਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਹੈ ਨੈਕਸਟ, ਫੌਜੀ ਸੁਧਾਰ ਕਰਨੇ। ਰਾਸ਼ਟਰੀ ਵਿਧਾਨ ਸਭਾ ਨੇ ਫੌਜ ਵਿੱਚ ਵੀ ਸੁਧਾਰ ਕੀਤੇ। ਇਸਨੇ ਰਾਸ਼ਟਰੀ ਗਾਰਡ ਨੂੰ ਪ੍ਰਵਾਨਗੀ ਦੇ ਦਿੱਤੀ ਅਤੇ ਜੂਨ 1791 ਈਸਵੀ ਤੋਂ ਬਾਅਦ ਸੈਨਿਕਾਂ ਦੀਆਂ ਨਵੀਆਂ ਬਟਾਲੀਅਨਜ਼ ਦਾ ਸੰਗਠਨ ਕਰਨ ਦਾ ਫੈਸਲਾ ਕੀਤਾ। ਸੈਨਿਕਾਂ ਦੀ ਤਰੱਕੀ ਦੇ ਰਾਹ ਵੀ ਖੋਲ੍ਹ ਦਿੱਤੇ ਗਏ। ਸਿਰਫ ਕੁਲੀਨਾਂ ਨੂੰ ਨਿਯੁਕਤ ਕਰਨ ਦੀ ਪ੍ਰਥਾ ਦਾ ਅੰਤ ਕਰ ਦਿੱਤਾ ਗਿਆ। ਸਿੱਟੇ ਵਜੋਂ ਹੁਣ ਸਧਾਰਨ ਨਾਗਰਿਕ ਵੀ ਜਿਹੜੇ ਸੀ ਉਹ ਆਪਣੀ ਸੈਨਿਕ ਯੋਗਤਾ ਦੇ ਆਧਾਰ 'ਤੇ ਉੱਚੀ ਤੋਂ ਉੱਚੀ ਪਦਵੀ ਜਿਹੜੀ ਸੀ ਉਹ ਪ੍ਰਾਪਤ ਕਰ ਸਕਦੇ ਸੀਗੇ। ਰਾਸ਼ਟਰੀ ਸਭਾ ਨੇ ਜਲ ਸੈਨਾ ਦੇ ਪੁਨਰਗਠਨ ਦੀ ਵੀ ਵਿਵਸਥਾ ਕੀਤੀ। ਹੁਣ ਅਸੀਂ ਕਰਦੇ ਹਾਂ ਰਾਜਨੀਤਿਕ ਖੇਤਰ ਵਿੱਚ ਪ੍ਰਾਪਤੀਆਂ। ਰਾਜਨੀਤਿਕ ਖੇਤਰ ਵਿੱਚ ਰਾਸ਼ਟਰੀ ਸਭਾ ਦਾ ਸਭ ਤੋਂ ਮਹੱਤਵਪੂਰਨ ਕੰਮ ਕੀ ਸੀਗਾ? ਅਸਥਾਈ ਕੰਮ ਹੈ ਜਿਹੜਾ ਫਰਾਂਸ ਲਈ ਨਵੇਂ ਸੰਵਿਧਾਨ ਦਾ ਨਿਰਮਾਣ ਕਰਨਾ। ਇਹ ਸੰਵਿਧਾਨ ਬਹੁਤ ਸਾਰੀਆਂ ਇਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ, ਬਹੁਤ ਸਾਰੀਆਂ ਸੋਧਾਂ ਕੀਤੀਆਂ ਗਈਆਂ ਤੇ 3 ਸਤੰਬਰ 1791 ਨੂੰ ਬਣ ਕੇ ਤਿਆਰ ਹੋ ਗਿਆ ਸੀਗਾ। ਤੇ ਇਸ ਦੇ ਵਿੱਚ ਲੋਕ ਪ੍ਰਭੂ ਸੱਤਾ ਦੀ ਗੱਲ ਕੀਤੀ ਗਈ। ਸ਼ਕਤੀ ਵਿਭੇਦ ਦੇ ਸਿਧਾਂਤਾਂ ਉੱਤੇ ਆਧਾਰਿਤ ਇਸ ਇਤਿਹਾਸਿਕ ਦਸਤਾਵੇਜ਼ ਨੂੰ 14 ਸਤੰਬਰ 1791 ਨੂੰ ਲੂਈ 16ਵੇਂ ਨੇ ਰਾਸ਼ਟਰੀ ਸਭਾ ਦੇ ਵਿੱਚ ਹਾਜ਼ਰ ਹੋ ਕੇ ਇਸ ਸੰਵਿਧਾਨ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਤਰ੍ਹਾਂ ਦੇ ਨਾਲ ਰਾਸ਼ਟਰੀ ਸਭਾ ਨੇ ਫਰਾਂਸ ਵਾਸਤੇ ਇੱਕ ਸੰਵਿਧਾਨ ਜਿਹੜਾ ਸੀ ਉਹ ਤਿਆਰ ਕੀਤਾ। ਉਸ ਸੰਵਿਧਾਨ ਦੀਆਂ ਆਪਾਂ ਵਿਸ਼ੇਸ਼ਤਾਵਾਂ ਬਾਰੇ ਪੜ੍ਹਾਂਗੇ। ਉਹਦੇ ਵਿੱਚ ਕਿਹੜੇ ਅਧਿਕਾਰ ਕਿਹਨਾਂ ਨੂੰ ਦਿੱਤੇ ਗਏ, ਕਿਸ ਨੇ ਬੰਦੇ ਨੇ ਕਿਹੜਾ ਕੰਮ ਕਰਨਾ, ਉਹਦੇ ਬਾਰੇ ਜਾਣਾਂਗੇ ਆਪਾਂ। ਪਹਿਲੇ ਨੰਬਰ 'ਤੇ ਹੈ ਰਾਜਾ। ਰਾਜੇ ਬਾਰੇ ਕੀ ਵਿਚਾਰ ਜਿਹੜੇ ਸੀਗੇ ਸੰਵਿਧਾਨ ਦੇ ਅਨੁਸਾਰ? ਨਵੇਂ ਸੰਵਿਧਾਨ ਅਨੁਸਾਰ ਰਾਜੇ ਦੀ ਨਿਰੰਕੁਸ਼ਤਾ ਦਾ ਅੰਤ ਕਰ ਦਿੱਤਾ ਗਿਆ। ਉਸ ਦੀਆਂ ਸਾਰੀਆਂ ਸ਼ਕਤੀਆਂ ਬਹੁਤ ਸੀਮਿਤ ਕਰ ਦਿੱਤੀਆਂ। ਸਪਸ਼ਟ ਤੌਰ 'ਤੇ ਉਸ ਨੂੰ ਸਿਰਫ ਸੰਵਿਧਾਨਕ ਰਾਜਾ ਬਣਾ ਦਿੱਤਾ ਗਿਆ। ਹੁਣ ਉਹ ਫਰਾਂਸ ਦੇ ਰਾਜੇ ਦੀ ਬਜਾਏ ਫਰਾਂਸੀਸੀਆਂ ਦਾ ਰਾਜਾ ਬਣ ਕੇ ਰਹਿ ਗਿਆ ਸੀ। ਰਾਜਾ ਜਿਹੜਾ ਸੀ ਉਸ ਨੂੰ ਕਾਰਜਪਾਲਿਕਾ ਦਾ ਮੁਖੀ ਬਣਾਇਆ ਗਿਆ। ਦੇਸ਼ ਦੇ ਸਮੁੱਚੇ ਰਾਜ ਪ੍ਰਬੰਧ ਚਲਾਉਣਾ, ਸ਼ਾਂਤੀ ਤੇ ਵਿਵਸਥਾ ਦੀ ਸਥਾਪਨਾ ਕਰਨੀ, ਇਹ ਸਾਰੀ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਰਾਜੇ ਨੂੰ ਦੇ ਦਿੱਤੀ ਗਈ। ਅਤੇ ਇਸ ਤੋਂ ਇਲਾਵਾ ਉਹ ਦੇਸ਼ ਦੀ ਸਮੁੱਚੀ ਸੈਨਾ ਦਾ ਮੁਖੀ ਵੀ ਸੀ। ਉਸ ਨੂੰ ਵਿਦੇਸ਼ਾਂ ਨਾਲ ਰਾਜਨੀਤਿਕ ਅਤੇ ਵਪਾਰਕ ਸੰਬੰਧ ਸਥਾਪਿਤ ਕਰਨ ਦਾ ਅਤੇ ਉਹਨਾਂ ਨਾਲ ਸੰਧੀਆਂ ਅਤੇ ਯੁੱਧ ਕਰਨ ਦਾ ਅਧਿਕਾਰ ਵੀ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਉਹ ਸਾਰੇ ਰਾਜਦੂਤਾਂ ਤੇ ਰਾਜਨੀਤਿਕ ਅਧਿਕਾਰੀਆਂ ਦੀ ਨਿਯੁਕਤੀ ਵੀ ਆਪ ਹੀ ਕਰ ਸਕਦਾ ਸੀ। ਦੇਸ਼ ਵਿੱਚ ਪ੍ਰਚਲਿਤ ਸਿੱਕਿਆਂ ਉੱਤੇ ਵੀ ਰਾਜੇ ਦਾ ਨਾਮ ਅਤੇ ਉਸ ਦੀ ਤਸਵੀਰ ਸੀ। ਰਾਜਾ ਆਪਣੇ ਨਿਵਾਸ ਸਥਾਨ ਦੇ ਬਾਹਰ ਸਨਮਾਨ ਗਾਰਡਾਂ ਤੋਂ ਇਲਾਵਾ ਕੁਝ ਬਾਡੀਗਾਰਡ ਜਿਹੜੇ ਸੈਨਾ ਵਜੋਂ ਵੀ ਰੱਖ ਸਕਦਾ ਸੀ, ਜੋ ਕਿ 1200 ਪੈਦਲ ਸੈਨਿਕ ਜਿਹਦੇ ਵਿੱਚ 600 ਘੋੜਸਵਾਰਾਂ ਤੋਂ ਜ਼ਿਆਦਾ ਨਹੀਂ ਹੋ ਸਕਦੀ ਸੀ। ਰਾਜੇ ਦਾ ਨਿੱਜੀ ਖਰਚ ਵੀ ਜਿਹੜਾ 25 ਮਿਲੀਅਨ ਫਰੈਂਕ ਸਾਲਾਨਾ ਜਿਹੜਾ ਸੀ ਉਹ ਨਿਸ਼ਚਿਤ ਕਰ ਦਿੱਤਾ ਗਿਆ। ਭਾਵੇਂ ਰਾਜੇ ਨੂੰ ਦੇਸ਼ ਲਈ ਕਾਨੂੰਨ ਬਣਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਸੀ, ਪਰੰਤੂ ਫਿਰ ਵੀ ਵਿਧਾਨ ਸਭਾ ਵੱਲੋਂ ਜਦੋਂ ਵੀ ਕੋਈ ਬਿੱਲ ਪਾਸ ਕਰਕੇ ਭੇਜਿਆ ਜਾਣਾ ਸੀ ਤਾਂ ਉਹਦੇ ਵਾਸਤੇ ਰਾਜੇ ਦੀ ਮਨਜ਼ੂਰੀ ਲੈਣੀ ਜ਼ਰੂਰੀ ਜਿਹੜੀ ਕਰ ਦਿੱਤੀ ਗਈ। ਉਸ ਦੇ ਦਸਤਕਾਂ ਤੋਂ ਬਿਨਾਂ ਕੋਈ ਵੀ ਬਿੱਲ ਹੈ ਜਿਹੜਾ ਕਾਨੂੰਨ ਨਹੀਂ ਬਣ ਸਕਦਾ ਸੀਗਾ। ਉਸ ਤੋਂ ਬਾਅਦ ਨੈਕਸਟ ਹੈ ਮੰਤਰੀਆਂ ਬਾਰੇ ਵਿਚਾਰ। ਰਾਜ ਪ੍ਰਬੰਧ ਸੰਬੰਧੀ ਸਲਾਹ ਦੇਣੀ, ਸਹਿਯੋਗ ਦੇਣ ਵਾਸਤੇ ਰਾਜਾ ਮੰਤਰੀਆਂ ਦੀ ਨਿਯੁਕਤੀ ਕਰ ਸਕਦਾ ਸੀ। ਇਹ ਮੰਤਰੀ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਨਹੀਂ ਹੋ ਸਕਦੇ ਸਨ।
ਮੰਤਰੀ ਪਦ ਗ੍ਰਹਿਣ ਕਰਨ ਤੋਂ ਪਹਿਲਾਂ ਮੰਤਰੀਆਂ ਨੂੰ ਸਹੁੰ ਲੈਣੀ ਪੈਂਦੀ ਸੀ ਕਿ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਨਗੇ। ਰਾਜੇ ਦਾ ਕੋਈ ਵੀ ਆਦੇਸ਼ ਸੰਬੰਧਿਤ ਮੰਤਰੀ ਦੇ ਹਸਤਾਖਰਾਂ ਤੋਂ ਬਿਨਾਂ ਅਮਲ ਵਿੱਚ ਨਹੀਂ ਆ ਸਕਦਾ ਸੀ। ਮੰਨ ਲਓ ਰਾਜੇ ਨੇ ਕੋਈ ਵੀ ਆਦੇਸ਼ ਜਾਰੀ ਕਰ ਦਿੱਤਾ ਕਿਸੇ ਡਿਪਾਰਟਮੈਂਟ ਦੇ ਨਾਲ ਰਿਲੇਟਡ, ਪਰੰਤੂ ਜੇ ਉਸ ਮੰਤਰੀ ਦੇ ਉਹਦੇ 'ਤੇ ਸਿਗਨੇਚਰ ਨਹੀਂ ਹੈਗੇ ਤਾਂ ਉਹ ਆਦੇਸ਼ ਹੈ ਜਿਹੜਾ ਉਹ ਐਪਲੀਕੇਬਲ ਨਹੀਂ ਹੋ ਸਕਦਾ ਸੀ। ਕਿਸੇ ਵੀ ਹਾਲਤ ਵਿੱਚ ਰਾਜੇ ਦੀ ਲਿਖਤੀ ਜਾਂ ਜ਼ਬਾਨੀ ਆਗਿਆ ਮੰਤਰੀਆਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰਵਾ ਸਕਦੀ ਸੀ। ਮੰਤਰੀਆਂ ਲਈ ਇਹ ਜ਼ਰੂਰੀ ਸੀ ਕਿ ਉਹ ਅਸੈਂਬਲੀ ਦੇ ਸਾਹਮਣੇ ਆਪਣੇ ਡਿਪਾਰਟਮੈਂਟ ਵਿੱਚ ਕਿੰਨਾ ਸਾਲਾਨਾ ਖਰਚਾ ਹੋਇਆ, ਕਿੰਨੀ ਆਮਦਨ ਹੋਈ, ਉਹ ਸਾਰੇ ਦਾ ਵੇਰਵਾ ਜਿਹੜਾ ਸੀ ਉਹ ਅਸੈਂਬਲੀ ਨੂੰ ਦੇਣਾ ਪੈਂਦਾ ਸੀ। ਉਸ ਤੋਂ ਬਾਅਦ ਹੈ ਅੱਗੇ ਵਿਧਾਨ ਮੰਡਲ। ਇਸ ਸੰਵਿਧਾਨ ਦੇ ਅਨੁਸਾਰ ਦੇਸ਼ ਵਿੱਚ ਇੱਕ ਸਦਨੀ ਵਿਧਾਨ ਮੰਡਲ ਜਾਂ ਫਿਰ ਪਾਰਲੀਮੈਂਟ ਦੀ ਵਿਵਸਥਾ ਕੀਤੀ ਗਈ। ਨੈਸ਼ਨਲ ਅਸੈਂਬਲੀ ਦੇ ਥੋੜ੍ਹੇ ਜਿਹੇ ਮੈਂਬਰ ਫਰਾਂਸ ਵਿੱਚ ਇੰਗਲੈਂਡ ਦੀ ਤਰ੍ਹਾਂ 2 ਸਦਨੀ ਪਾਰਲੀਮੈਂਟ ਦੀ ਵਿਵਸਥਾ ਕਰਨੀ ਚਾਹੁੰਦੇ ਸੀ, ਪਰੰਤੂ ਇਸ ਸੁਝਾਅ ਨੂੰ ਬਹੁਤਾ ਸਵੀਕਾਰ ਨਹੀਂ ਕੀਤਾ ਗਿਆ। ਦੇਸ਼ ਦੇ 83 ਪ੍ਰਾਂਤਾਂ ਵਿੱਚੋਂ ਟੋਟਲ 745 ਮੈਂਬਰਾਂ ਦੀ ਇਸ ਪਾਰਲੀਮੈਂਟ ਦੀ ਜਿਹੜੀ ਟਾਈਮ ਪੀਰੀਅਡ ਹੈ ਉਹ 2 ਸਾਲ ਦਾ ਰੱਖਿਆ ਗਿਆ ਅਤੇ ਇਹ ਮਿਆਦ ਖਤਮ ਹੋਣ ਤੋਂ ਪਹਿਲਾਂ ਇਸ ਨੂੰ ਭੰਗ ਨਹੀਂ ਕੀਤਾ ਜਾ ਸਕਦਾ ਸੀ। 22 ਦਸੰਬਰ 1799 ਈਸਵੀ ਦੇ ਇੱਕ ਫੈਸਲੇ ਦੇ ਅਨੁਸਾਰ ਫਰਾਂਸ ਦੇ ਸਾਰੇ ਨਾਗਰਿਕਾਂ ਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ। ਸਰਗਰਮ ਨਾਗਰਿਕ ਅਤੇ ਅਕਰਮਕ ਨਾਗਰਿਕ। ਚੋਣ ਦਾ ਅਧਿਕਾਰ ਕੇਵਲ ਉਹਨਾਂ ਨਾਗਰਿਕਾਂ ਨੂੰ ਦਿੱਤਾ ਗਿਆ ਜੋ ਕਿ 25 ਸਾਲਾਂ ਤੋਂ ਵੱਧ ਉਮਰ ਦੇ ਸੀ, ਆਪਣੇ 3 ਦਿਨਾਂ ਦੀ ਤਨਖਾਹ ਜਾਂ ਆਮਦਨ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਦਿੰਦੇ ਸੀ। ਇਸ ਪ੍ਰਕਾਰ ਫਰਾਂਸ ਦੀ 2 ਕਰੋੜ 60 ਲੱਖ ਦੀ ਆਬਾਦੀ ਵਿੱਚੋਂ ਸਿਰਫ ਬਹੁਤ ਘੱਟ ਲੋਕਾਂ ਨੂੰ ਜਿਹੜਾ ਸੀ ਉਹ ਵੋਟ ਦਾ ਅਧਿਕਾਰ ਮਿਲਿਆ। ਅਤੇ ਨੈਕਸਟ ਹੈ ਅੱਗੇ ਨਿਆਂਪਾਲਿਕਾ। ਨਵੇਂ ਸੰਵਿਧਾਨ ਦੇ ਦੁਆਰਾ ਨਿਆਂ ਪ੍ਰਣਾਲੀ ਦਾ ਵੀ ਪੁਨਰਗਠਨ ਕੀਤਾ ਗਿਆ, ਜਿਹਦੀਆਂ ਖਾਸ ਵਿਸ਼ੇਸ਼ਤਾਵਾਂ ਕੀ ਸੀ? ਨਿਆਂਪਾਲਿਕਾ ਦੀ ਸੁਤੰਤਰਤਾ, ਕਿ ਨਿਆਂਪਾਲਿਕਾ ਕਿਸੇ ਵੀ ਦੇ ਅੰਡਰ ਨਹੀਂ ਹੋਊਗੀ, ਸਾਰੇ ਲੋਕਾਂ ਦੇ ਨਾਲ ਬਰਾਬਰ ਇਨਸਾਫ ਕੀਤਾ ਜਾਏਗਾ। ਸਰਗਰਮ ਨਾਗਰਿਕਾਂ ਦੁਆਰਾ ਉਸ ਦੇ ਜੱਜਾਂ ਦੀ ਚੋਣ ਕੀਤੀ ਜਾਏਗੀ। ਲੋਤਰ ਦਾ ਕਾਸ਼ੇ ਦੀ ਸਮਾਪਤੀ ਕਰ ਦਿੱਤੀ ਗਈ। ਜਿਊਰੀ ਦੁਆਰਾ ਫੌਜਦਾਰੀ ਮੁਕੱਦਮੇ ਸੁਣਨ ਦੀ ਵਿਵਸਥਾ ਕੀਤੀ ਗਈ। ਵਪਾਰਕ ਅਦਾਲਤਾਂ ਦੀ ਸਥਾਪਨਾ ਵੱਖਰੇ ਤੌਰ 'ਤੇ ਕੀਤੀ ਗਈ ਵਪਾਰੀਆਂ ਦੇ ਮਾਮਲੇ ਸੁਲਝਾਉਣ ਲਈ। ਅਤੇ ਇਸ ਤੋਂ ਇਲਾਵਾ ਕਾਨੂੰਨਾਂ ਵਿੱਚ ਇਕਸਾਰਤਾ ਲਿਆਂਦੀ ਗਈ। 25 ਅਗਸਤ 1790 ਨੂੰ ਪੈਰਿਸ ਕੋਰਟ ਦੀ ਸਥਾਪਨਾ ਕੀਤੀ ਗਈ ਸੀ, ਭਾਵ ਕਿ ਪੈਰਿਸ ਦੇ ਵਿੱਚ ਉੱਚ ਅਦਾਲਤ, ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ, ਜਿਹਦੇ ਵਿੱਚ ਅਪੀਲ ਸੰਬੰਧੀ ਮੁਕੱਦਮੇ ਜਿਹੜੇ ਸੀ ਉਹ ਸੁਣੇ ਜਾ ਸਕਦੇ ਸੀ। 27 ਨਵੰਬਰ 1790 ਨੂੰ ਦੇਸ਼ ਵਿੱਚ ਸਰਵਉੱਚ ਅਦਾਲਤ ਬਣਾਈ ਗਈ। 20 ਜਨਵਰੀ 1791 ਨੂੰ ਹਰ ਇੱਕ ਪ੍ਰਾਂਤ ਲਈ ਇੱਕ ਫੌਜਦਾਰੀ ਅਦਾਲਤ। 10 ਮਈ ਨੂੰ ਨੈਸ਼ਨਲ ਹਾਈ ਕੋਰਟ ਦੀ ਸਥਾਪਨਾ ਜਿਹੜੀ ਸੀ ਉਹ ਕੀਤੀ ਗਈ। ਇਸ ਤਰ੍ਹਾਂ ਦੇ ਨਾਲ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ 1791 ਈਸਵੀ ਦਾ ਸੰਵਿਧਾਨ ਇੱਕ ਮਹਾਨ ਦਸਤਾਵੇਜ਼ ਮੰਨਿਆ ਜਾਂਦਾ ਹੈ। ਇਹ ਯੂਰਪ ਮਹਾਂਦੀਪ ਦਾ ਪਹਿਲਾ ਲਿਖਤੀ ਸੰਵਿਧਾਨ ਸੀ। ਇਸ ਨੇ ਫਰਾਂਸ ਵਿੱਚ ਨਿਰੰਕੁਸ਼ਤਾ ਦਾ ਅੰਤ ਕਰ ਦਿੱਤਾ ਅਤੇ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਕੀਤੀ। ਇਸ ਪ੍ਰਕਾਰ ਅਨੁਭਵਹੀਣ ਅਧਿਕਾਰੀਆਂ ਦੇ ਵੱਲੋਂ ਇਹ ਸੰਵਿਧਾਨ ਜਿਹੜਾ ਜੋਸ਼ ਵਿੱਚ ਆ ਕੇ ਤਿਆਰ ਕੀਤਾ ਗਿਆ ਸੀ ਅਤੇ ਸ਼ਰਧਾ ਨਾਲ ਤਿਆਰ ਕੀਤਾ ਗਿਆ ਸੀ, ਪਰੰਤੂ ਇਸ ਸੰਵਿਧਾਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀਗੀਆਂ, ਜਿਵੇਂ ਸੈਂਟਰ ਗੌਰਮੈਂਟ ਜਿਹੜੀ ਸੀ ਉਹ ਕਮਜ਼ੋਰ ਹੋ ਗਈ ਸੀ, ਕਾਰਜਪਾਲਿਕਾ ਦਾ ਵਿਧਾਨ ਮੰਡਲ ਪ੍ਰਤੀ ਜ਼ਿੰਮੇਵਾਰ ਨਾ ਹੋਣਾ, ਦੋਸ਼ਪੂਰਨ ਚੋਣ ਵਿਵਸਥਾ ਅਤੇ ਵੋਟ ਦਾ ਸੀਮਤ ਅਧਿਕਾਰ, ਇਸ ਵਿੱਚ ਕੁਝ ਮੁੱਖ ਕਮੀਆਂ ਸੀਗੀਆਂ। ਪਰੰਤੂ ਫਿਰ ਵੀ ਜਿਹੜਾ ਸੀ ਕਿ ਇੱਕ ਪਹਿਲ ਹੈ ਜਿਹੜੀ ਉਹ ਸੰਵਿਧਾਨ ਬਣਾਉਣ ਦੀ, ਉਹ ਰਾਸ਼ਟਰੀ ਵਿਧਾਨ ਸਭਾ ਦੇ ਵੱਲੋਂ ਕੀਤੀ ਗਈ ਸੀ। ਹੁਣ ਆਪਾਂ ਕਰਾਂਗੇ ਰਾਸ਼ਟਰੀ ਵਿਧਾਨ ਸਭਾ ਦੇ ਕੰਮਾਂ ਦਾ ਆਲੋਚਨਾਤਮਕ ਮੁਲਾਂਕਣ। ਸਭ ਤੋਂ ਪਹਿਲਾਂ ਇਹਦੀਆਂ ਸਫਲਤਾਵਾਂ। ਰਾਸ਼ਟਰੀ ਵਿਧਾਨ ਸਭਾ ਦੀ ਗਿਣਤੀ ਨਾ ਸਿਰਫ ਫਰਾਂਸ ਸਗੋਂ ਦੁਨੀਆ ਦੀਆਂ ਮਹੱਤਵਪੂਰਨ ਸਭਾਵਾਂ ਦੇ ਵਿੱਚੋਂ ਕੀਤੀ ਜਾਂਦੀ ਹੈ। ਇਤਿਹਾਸ ਵਿੱਚ ਬਹੁਤ ਘੱਟ ਉਦਾਹਰਣ ਮਿਲਦੇ ਹਨ ਜਦੋਂ ਕਿਸੇ ਦੇਸ਼ ਦੀ ਸਰਕਾਰ ਨੇ 2 ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਇੰਨੇ ਜ਼ਿਆਦਾ ਮਹੱਤਵਪੂਰਨ ਕੰਮ ਕੀਤੇ ਹੋਣ ਜਿਹੜੇ ਕਿ ਫਰਾਂਸ ਦੀ ਇਸ ਰਾਸ਼ਟਰੀ ਸਭਾ ਨੇ ਕੀਤੇ। ਕਿਹੜੇ ਕੰਮ ਕੀਤੇ ਗਏ ਇਹਨਾਂ ਵੱਲੋਂ, ਜਿਹੜੇ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ। ਇਸ ਸਭਾ ਨੇ ਲੋਕਤੰਤਰੀ ਸੰਵਿਧਾਨ ਬਣਾਇਆ, ਸੈਂਕੜੇ ਨਵੇਂ ਕਾਨੂੰਨ ਪਾਸ ਕੀਤੇ ਜਿਨ੍ਹਾਂ ਦੇ ਫਲਸਰੂਪ ਨਵੇਂ ਫਰਾਂਸ ਦਾ ਨਿਰਮਾਣ ਹੋ ਚੁੱਕਿਆ ਸੀ। ਦੂਸਰਾ, ਇਸ ਨੇ ਨਿਰੰਕੁਸ਼ ਅਤੇ ਦੋਸ਼ਪੂਰਨ ਸ਼ਾਸਨ ਵਿਵਸਥਾ ਦਾ ਅੰਤ ਕਰ ਦਿੱਤਾ, ਰਾਜੇ ਦੀਆਂ ਸ਼ਕਤੀਆਂ ਜਿਹੜੀਆਂ ਸੀ ਉਹ ਸੀਮਿਤ ਕਰ ਦਿੱਤੀਆਂ। ਉਸ ਤੋਂ ਬਾਅਦ ਹੈ ਪੁਰਾਤਨ ਦੇਸ਼ਿਕ ਵੰਡ, ਵਿੱਤ ਵਿਵਸਥਾ, ਪੁਰਾਣੀ ਨਿਆਂ ਪ੍ਰਣਾਲੀ ਅਤੇ ਦੋਸ਼ਪੂਰਨ ਸਾਮੰਤ ਅਤੇ ਦਾਸ ਪ੍ਰਥਾਵਾਂ ਦਾ, ਇਹਨਾਂ ਸਾਰਿਆਂ ਦਾ ਅੰਤ ਕਰ ਦਿੱਤਾ। ਪੁਰਾਣੀ ਗਿਲਡ ਵਿਵਸਥਾ ਦਾ ਅੰਤ ਕਰ ਦਿੱਤਾ। ਉਦਯੋਗ ਅਤੇ ਵਪਾਰ ਦੀ ਉੱਨਤੀ ਵਾਸਤੇ ਰਸਤਾ ਸਾਫ਼ ਕੀਤਾ। ਆਪਣੇ ਛੋਟੇ ਜਿਹੇ ਸ਼ਾਸਨ ਕਾਲ ਵਿੱਚ ਰਾਸ਼ਟਰੀ ਸਭਾ ਨੇ ਫਰਾਂਸ ਵਿੱਚ ਸਮਾਜਿਕ ਸਮਾਨਤਾ, ਧਾਰਮਿਕ ਸਹਿਣਸ਼ੀਲਤਾ, ਆਰਥਿਕ ਸੁਰੱਖਿਆ ਅਤੇ ਰਾਸ਼ਟਰੀ ਏਕਤਾ ਕਾਇਮ ਕੀਤੀ, ਜਿਸ ਨੂੰ ਫਰਾਂਸ ਦੇ ਸ਼ਕਤੀਸ਼ਾਲੀ ਸਮਰਾਟ ਸਦੀਆਂ ਤੋਂ ਸਥਾਪਿਤ ਨਹੀਂ ਕਰ ਸਕੇ ਸੀਗੇ। ਜਾਰਜਿਸ ਲੇਫੇਬਵਰ ਦੇ ਸ਼ਬਦਾਂ ਵਿੱਚ, ਇਸ ਰਾਹੀਂ ਸਥਾਪਿਤ ਕੀਤੇ ਗਏ ਸਿਧਾਂਤਾਂ ਨੇ ਨਵੀਂ ਸ਼ਕਤੀ ਪੈਦਾ ਕੀਤੀ ਅਤੇ ਅਜਿਹੇ ਸਮਾਜ ਦਾ ਨਿਰਮਾਣ ਕੀਤਾ ਜੋ ਕਿ ਸਥਾਈ ਸਿੱਧ ਹੋਇਆ।
ਇਹ ਸੀਗੀਆਂ ਰਾਸ਼ਟਰੀ ਵਿਧਾਨ ਸਭਾ ਦੀਆਂ ਸਫਲਤਾਵਾਂ। ਹੁਣ ਇਹਦੀਆਂ ਆਪਾਂ ਸਫਲਤਾਵਾਂ ਬਾਰੇ ਜਾਣਾਂਗੇ। ਪਰੰਤੂ ਇੰਨੇ ਉੱਚੇ ਉਦੇਸ਼ਾਂ ਅਤੇ ਆਦਰਸ਼ਾਂ ਦੇ ਬਾਵਜੂਦ ਵੀ ਰਾਸ਼ਟਰੀ ਵਿਧਾਨ ਸਭਾ ਫਰਾਂਸ ਵਿੱਚ ਇੱਕ ਮਜ਼ਬੂਤ ਸਰਕਾਰ ਦੀ ਸਥਾਪਨਾ ਕਰਨ ਦੇ ਵਿੱਚ ਨਾਕਾਮਯਾਬ ਰਹੀ। ਜਲਦੀ ਹੀ ਇਸ ਨੇ ਜਿਹੜੀ ਵਿਵਸਥਾ ਸਥਾਪਿਤ ਕੀਤੀ ਸੀ ਉਹ ਨਸ਼ਟ ਹੋ ਗਈ। ਇਸ ਨੇ ਦੇਸ਼ ਵਿੱਚ ਕਮਜ਼ੋਰ ਕੇਂਦਰੀ ਸ਼ਕਤੀ ਦੀ ਸਥਾਪਨਾ ਕੀਤੀ ਜੋ ਕਿ ਅੰਤ ਵਿੱਚ ਅਰਾਜਕਤਾ ਦਾ ਕਾਰਨ ਬਣੀ। ਇਸ ਨੇ ਸਮਾਜਿਕ ਸਮਾਨਤਾ ਦਾ ਐਲਾਨ ਤਾਂ ਕੀਤਾ ਪਰੰਤੂ ਵੋਟ ਦਾ ਅਧਿਕਾਰ ਜਿਹੜਾ ਸੀ ਬਹੁਤ ਘੱਟ ਨਾਗਰਿਕਾਂ ਨੂੰ ਦਿੱਤਾ ਅਤੇ ਜੋ ਐਸੇ ਵਿਅਕਤੀ ਜਿਹੜੇ ਆਪਣੀ ਆਮਦਨ ਦਾ ਬਹੁਤ ਥੋੜ੍ਹਾ ਜਿਹਾ ਭਾਗ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਦਿੰਦੇ ਸੀ। ਰਾਸ਼ਟਰੀ ਵਿਧਾਨ ਸਭਾ ਨੇ ਚਰਚ ਸੰਬੰਧੀ ਜਿਹੜੇ ਕਾਨੂੰਨ ਬਣਾਏ ਸੀ, ਪਾਦਰੀਆਂ ਦਾ ਸੰਵਿਧਾਨ ਤਿਆਰ ਕੀਤਾ ਸੀ। ਉਹਦੇ ਕਰਕੇ ਬਹੁਤ ਸਾਰੇ ਪਾਦਰੀ ਅਤੇ ਚਰਚ ਦੇ ਹਮਾਇਤੀ ਜਿਹੜੇ ਸੀ ਉਹ ਸਰਕਾਰ ਤੇ ਕ੍ਰਾਂਤੀ ਦੇ ਵਿਰੋਧੀ ਹੋ ਗਏ। ਅੰਤਰਰਾਸ਼ਟਰੀ ਖੇਤਰ ਵਿੱਚ ਇਸ ਸਭਾ ਨੇ ਖਤਰਨਾਕ ਸਿਧਾਂਤਾਂ ਦੀ ਪਾਲਣਾ ਕੀਤੀ ਜੋ ਕਿ ਬਾਅਦ ਵਿੱਚ ਮਹਾਂਦੀਪੀ ਯੁੱਧਾਂ ਦਾ ਕਾਰਨ ਬਣੀ। ਇਸ ਤਰ੍ਹਾਂ ਹੀ ਬਣਾਏ ਗਏ ਸੰਵਿਧਾਨ ਵਿੱਚ ਕਾਰਜਪਾਲਿਕਾ ਨੂੰ ਵਿਧਾਨ ਮੰਡਲ ਤੋਂ ਪੂਰੀ ਤਰ੍ਹਾਂ ਨਾਲ ਵੱਖ ਕਰ ਦਿੱਤਾ ਗਿਆ। ਸ਼ਕਤੀਆਂ ਦੀ ਅਲਹਿਦਗੀ ਦੇ ਸਿਧਾਂਤਾਂ ਉੱਤੇ ਆਧਾਰਿਤ ਇਹ ਸੰਵਿਧਾਨ ਸਿਰਫ 12 ਮਹੀਨੇ ਹੀ ਫਰਾਂਸ ਵਿੱਚ ਚੱਲ ਸਕਿਆ। ਪਰੰਤੂ ਇਹਨਾਂ ਸਾਰੇ ਦੋਸ਼ਾਂ ਦੇ ਬਾਵਜੂਦ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਸ਼ਟਰੀ ਸਭਾ ਦੇ ਨੇਤਾਵਾਂ ਦੇ ਉਦੇਸ਼ ਅਤੇ ਸਿਧਾਂਤ ਤਾਂ ਬਹੁਤ ਉੱਚੇ ਸੀਗੇ। ਉਹਨਾਂ ਦੀ ਦੇਸ਼ ਭਗਤੀ ਅਤੇ ਇਮਾਨਦਾਰੀ ਉੱਤੇ ਜ਼ਰਾ ਜਿੰਨਾ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਸਾਰੇ ਯਤਨ ਉਹਨਾਂ ਨੇ ਜਿੰਨੇ ਵੀ ਕੀਤੇ ਸਨ ਉਹ ਆਪਣੇ ਦੇਸ਼ ਦੇ ਹਿੱਤ ਲਈ ਕੀਤੇ ਸਨ। ਉਹਨਾਂ ਦੀ ਸਫਲਤਾ ਉਹਨਾਂ ਦੀ ਅਯੋਗਤਾ ਕਰਕੇ ਨਹੀਂ ਸਗੋਂ ਮੁੱਖ ਰੂਪ ਵਿੱਚ ਕਿਉਂਕਿ ਬਾਦਸ਼ਾਹ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਨਹੀਂ ਦਿੱਤਾ। ਰਾਜ ਪਰਿਵਾਰ ਵੱਲੋਂ ਕ੍ਰਾਂਤੀ ਦੇ ਵਿਰੁੱਧ ਯਤਨ ਕੀਤੇ ਗਏ ਅਤੇ ਕ੍ਰਾਂਤੀ ਦੀ ਤੇਜ਼ ਗਤੀ ਦੇ ਕਰਕੇ ਜਿਹੜਾ ਸੀ ਇਹ ਯਤਨ ਜਿਹੜੇ ਸੀ ਉਹ ਫੇਲ ਹੋ ਗਏ। ਇਸ ਸਭਾ ਨੇ ਨਵੇਂ ਫਰਾਂਸ ਦਾ ਨਿਰਮਾਣ ਕਰਨਾ ਚਾਹਿਆ ਅਤੇ ਇਸ ਉਤਸ਼ਾਹ ਵਿੱਚ ਉਹ ਆਪਣੇ ਸਮੇਂ ਤੋਂ ਥੋੜ੍ਹਾ ਜਿਹਾ ਅੱਗੇ ਲੰਘ ਗਏ ਸੀਗੇ। ਥਾਮਸਨ ਦੇ ਕਥਨ ਅਨੁਸਾਰ ਇਸ ਸਭਾ ਨੇ ਉਹ ਕੰਮ ਸਿਰਫ 2 ਸਾਲਾਂ ਵਿੱਚ ਹੀ ਕਰ ਦਿੱਤਾ ਜਿਸ ਨੂੰ 10 ਜਾਂ 15 ਸਾਲ ਚਾਹੀਦੇ ਸੀ ਕਰਨ ਲਈ। ਇਸ ਤਰ੍ਹਾਂ ਦੀ ਹਾਲਤ ਵਿੱਚ ਇਸ ਦੇ ਕੰਮ ਜਿਹੜੇ ਸੀ ਉਹ ਅਸਥਾਈ ਸਿੱਧ ਹੀ ਹੋਣੇ ਸੀਗੇ। ਉਸ ਤੋਂ ਬਾਅਦ ਹੈ ਰਾਸ਼ਟਰੀ ਸਭਾ ਦਾ ਅੰਤ 30 ਸਤੰਬਰ 1791 ਈਸਵੀ। ਰਾਸ਼ਟਰੀ ਸਭਾ ਦਾ ਅੰਤ ਹੋ ਗਿਆ 30 ਸਤੰਬਰ 1791 ਨੂੰ। ਰਾਸ਼ਟਰੀ ਸਭਾ ਨੇ ਆਪਣੇ ਸ਼ਾਸਨ ਦੇ ਆਖਰੀ ਦਿਨਾਂ ਵਿੱਚ ਇੱਕ ਪ੍ਰਸਿੱਧ ਪਰੰਤੂ ਗੈਰ ਕਾਨੂੰਨੀ ਮਤਾ ਪਾਸ ਕੀਤਾ ਜਿਸ ਨੂੰ ਆਤਮ ਤਿਆਗ ਦਾ ਆਦੇਸ਼ ਕਿਹਾ ਜਾਂਦਾ ਹੈ। ਇਸ ਅਨੁਸਾਰ ਇਹ ਪਾਸ ਹੋਇਆ ਕਿ ਰਾਸ਼ਟਰੀ ਸਭਾ ਦਾ ਕੋਈ ਵੀ ਪ੍ਰਤੀਨਿਧ ਹੈ ਜਿਹੜਾ ਉਹ ਅਗਲੀ ਲੈਜਿਸਲੇਟਿਵ ਅਸੈਂਬਲੀ ਦੀ ਸਰਕਾਰ ਦਾ ਮੈਂਬਰ ਨਹੀਂ ਬਣ ਸਕਦਾ। ਹੁਣ ਜਦੋਂ ਕੋਈ ਬੰਦਾ ਇੱਕ ਵਾਰੀ ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ ਬਣਿਆ ਅਤੇ ਦੂਜੀ ਵਾਰੀ ਨਹੀਂ ਬਣੂਗਾ, ਇਸ ਨਾਲ ਕੀ ਹੋਏਗਾ ਕਿ ਉਸ ਬੰਦੇ ਦਾ ਪੋਲੀਟੀਕਲ ਕੈਰੀਅਰ ਹੀ ਬਿਲਕੁਲ ਖਤਮ ਹੋ ਗਿਆ ਕਿ ਦੁਬਾਰਾ ਉਹ ਮੈਂਬਰ ਨਹੀਂ ਬਣ ਸਕਦਾ। ਸੋ ਇਹ ਜਿਹੜਾ ਸੀ ਇੱਕ ਤਰ੍ਹਾਂ ਦੇ ਨਾਲ ਆਤਮ ਤਿਆਗ ਦਾ ਕਾਨੂੰਨ ਇਹਨਾਂ ਨੇ ਪਾਸ ਕੀਤਾ ਸੀ। ਇਸ ਫੈਸਲੇ ਨਾਲ ਰਾਸ਼ਟਰੀ ਸਭਾ ਨੇ ਭਵਿੱਖ ਦੀ ਸਰਕਾਰ ਨੂੰ ਉਹ ਵਿਅਕਤੀ ਜਿਨ੍ਹਾਂ ਨੇ ਬੜੀ ਸਿਆਣਪ ਦੇ ਨਾਲ ਬੜੇ ਤਜਰਬੇ ਦੇ ਨਾਲ 2 ਸਾਲਾਂ ਵਿੱਚ ਫਰਾਂਸ ਵਿੱਚ ਇੱਕ ਸਰਕਾਰ ਨੂੰ ਚਲਾਇਆ ਸੀ, ਉਹਨਾਂ ਲੋਕਾਂ ਨੂੰ ਦੁਬਾਰਾ ਅੱਗੇ ਆਉਣ ਦਾ ਮੌਕਾ ਨਹੀਂ ਮਿਲਿਆ। ਜਿਨ੍ਹਾਂ ਵਿਅਕਤੀਆਂ ਨੇ ਕ੍ਰਾਂਤੀ ਦੀ ਸਫਲਤਾਪੂਰਵਕ ਅਗਵਾਈ ਕੀਤੀ ਸੀ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ। ਇਸ ਦੇ ਇਲਾਵਾ ਇਸ ਫੈਸਲੇ ਰਾਹੀਂ ਰਾਸ਼ਟਰੀ ਸਭਾ ਨੇ ਨਵਾਂ ਸੰਵਿਧਾਨ ਅਜਿਹੇ ਹੱਥਾਂ ਨੂੰ ਸੌਂਪ ਦਿੱਤਾ ਜਿਨ੍ਹਾਂ ਨੂੰ ਨਾ ਤਾਂ ਕੋਈ ਤਜਰਬਾ ਸੀ, ਨਾ ਸਰਕਾਰ ਚਲਾਉਣੀ ਆਉਂਦੀ ਸੀ, ਨਾ ਹੀ ਉਹਨਾਂ ਨੇ ਦੇਸ਼ ਦੀ ਕ੍ਰਾਂਤੀ ਦੇ ਵਿੱਚ ਕੋਈ ਭਾਗ ਲਿਆ ਸੀ। 30 ਸਤੰਬਰ ਦੀ ਮੀਟਿੰਗ ਤੋਂ ਬਾਅਦ ਉਸੇ ਹੀ ਦਿਨ ਰਾਸ਼ਟਰੀ ਸਭਾ ਦਾ ਜਿਹੜਾ ਸੀ ਉਹ ਅੰਤ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਦੇ ਨਾਲ ਫਰਾਂਸ ਦੀ ਰਾਸ਼ਟਰੀ ਵਿਧਾਨ ਸਭਾ ਜਿਹੜੀ ਕਿ ਤੀਸਰੇ ਵਰਗ ਦੇ ਵਿੱਚੋਂ ਜਿਸ ਦੀ ਉਤਪਤੀ ਹੋਈ ਸੀ, ਇਸ ਨੇ 2 ਸਾਲਾਂ ਦੇ ਵਿੱਚ ਫਰਾਂਸ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਕੁਝ ਖੇਤਰਾਂ ਦੇ ਵਿੱਚ ਉਸ ਨੂੰ ਸਫਲਤਾ ਵੀ ਪ੍ਰਾਪਤ ਹੋਈ ਪਰੰਤੂ ਆਪਣੇ ਕੰਮ ਕਰਨ ਲਈ ਉਸ ਨੂੰ ਲੰਬਾ ਸਮਾਂ ਚਾਹੀਦਾ ਸੀ। ਪਰੰਤੂ ਉਸ ਸਮੇਂ ਫਰਾਂਸ ਦੇ ਹਾਲਾਤ ਜਿਹੜੇ ਸੀ ਉਹ ਕਿਸੇ ਦੇ ਕੰਟਰੋਲ ਵਿੱਚ ਨਹੀਂ ਸੀਗੇ ਜਿਸ ਕਾਰਨ ਕਿ ਇਸ ਨੂੰ ਸਿਰਫ 2 ਸਾਲ ਦਾ ਸਮਾਂ ਮਿਲਿਆ ਆਪਣੇ ਕੰਮਾਂ ਨੂੰ ਕਰਨ ਲਈ। ਸੋ ਇਹਦੇ ਨਾਲ ਹੀ ਅੱਜ ਦਾ ਆਪਣਾ ਕੁਐਸਚਨ ਜਿਹੜਾ ਉਹ ਖਤਮ ਹੁੰਦਾ।